ਸਮੇਰ ਪਰਬਤ 'ਤੇ ਜੋ ਸਿੱਧ ਬੈਠੇ ਹਨ, ਉਹਨਾਂ ਦੇ ਨਾਲ ਵਿਚਾਰ ਚਰਚਾ ਕਰ ਰਹੇ ਨੇ। ਮਹਾਰਾਜ ਮੀਨਾ ਨਾਮ ਦੇ ਪਹਾੜ ਉੱਪਰ ਬਿਰਾਜੇ ਹੋਏ ਨੇ। ਗੋਰਖਨਾਥ ਸਤਿਗੁਰਾਂ ਦੀ ਮਹਿਮਾ ਜਾਣਦਾ ਤਾਂ ਹੈ ਕਿ ਗੁਰੂ ਨਾਨਕ ਸਰਬ ਕਲਾ ਸੰਪੂਰਨ ਹੈ, ਪਰ ਉਹ ਇਹ ਵੀ ਜਾਣਦਾ ਹੈ ਕਿ ਜੋ ਮੇਰੇ ਚੇਲੇ ਹਨ, ਮੇਰੇ ਸਿੱਧ ਹਨ, ਇਹਨਾਂ ਵਿੱਚ ਬਹੁਤਾ ਹੰਕਾਰ ਪੈਦਾ ਹੋ ਚੁੱਕਾ ਹੈ ਤੇ ਇਹਨਾਂ ਦਾ ਹੰਕਾਰ ਅਗਰ ਕੋਈ ਸੰਸਾਰ 'ਤੇ ਤੋੜ ਸਕਦਾ ਹੈ ਤੇ ਧੰਨ ਗੁਰੂ ਨਾਨਕ ਹੀ ਵਿਚਾਰ ਚਰਚਾ ਦੇ ਨਾਲ ਤੋੜ ਸਕਦਾ ਹੈ। ਵਾਰੀ ਵਾਰੀ ਆਪਣੇ ਸਿੱਧਾਂ ਨੂੰ ਸਤਿਗੁਰਾਂ ਕੋਲ ਘੱਲਦਾ ਹੈ, ਸਤਿਗੁਰਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਤੇ ਸਾਰੇ ਹੀ ਸ਼ਰਮਸਾਰ ਹੋ ਕਰਕੇ ਪਿੱਛੇ ਮੁੜਦੇ ਨੇ। ਉਹਨਾਂ ਸਿੱਧਾਂ ਦੇ ਵਿੱਚੋਂ ਹੀ ਇੱਕ ਸਿੱਧ ਹੈ ਜਿਸ ਦਾ ਨਾਮ ਮੰਗਲਨਾਥ ਹੈ, ਜੋ ਬੜਾ ਸਤਿਪੁਰਸ਼ ਹੈ, ਬੜਾ ਗਿਆਨੀ ਹੈ। ਆ ਕਰਕੇ ਸਤਿਗੁਰਾਂ ਦੇ ਨਾਲ ਬੜੀ ਮਿਠਾਸ ਨਾਲ, ਨਿਮਰਤਾ ਦੇ ਨਾਲ ਬਚਨ ਵਿਲਾਸ ਕੀਤੇ ਨੇ। ਜਦੋਂ ਆਏ ਨੇ ਮੰਗਲਨਾਥ ਜੀ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉੱਠ ਕਰਕੇ ਸਤਿਕਾਰ ਕੀਤਾ ਹੈ। ਦੋਨੇ ਹੀ ਆਪਸ ਦੇ ਵਿੱਚ ਮਿਲ ਕਰਕੇ ਬੜੇ ਪ੍ਰਸੰਨ ਹੋਏ ਨੇ। ਮੰਗਲਨਾਥ ਨੇ ਦਿਲ ਖੋਲ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਕਹਿੰਦਾ ਹੈ ਮਹਾਰਾਜ, ਆਪ ਜੀਆਂ ਦੇ ਦਰਸ਼ਨ ਕਰਕੇ ਇੱਦਾਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਜਿਵੇਂ ਰਾਵਣ ਦਾ ਭਰਾ ਭੀਖਣ ਰਘੂਆਂ ਦੀ ਕੁਲ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋਇਆ ਸੀ। ਮੈਨੂੰ ਇੱਦਾਂ ਪ੍ਰਤੀਤ ਹੁੰਦਾ ਹੈ ਤੇ ਜਦੋਂ ਵੀ ਮੈਂ ਯੋਗ ਮਤ ਅਨੁਸਾਰ ਧਿਆਨ ਲਾਉਂਦਾ ਸੀ ਤੇ ਜਿਸ ਦੇ ਮੈਂ ਬੰਦ ਨੇਤਰਾਂ ਦੇ ਨਾਲ ਦਰਸ਼ਨ ਕਰਦਾ ਸੀ, ਅੱਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਦਰਸ਼ਨ ਕਰ ਰਿਹਾ ਹਾਂ, ਬੜਾ ਪ੍ਰਸੰਨ ਹਾਂ। ਮੇਰੇ ਮਨ ਦੀ ਇੱਛਾ ਹੈ ਮਹਾਰਾਜ ਆਪ ਜੀ ਸਮੇਰ ਪਰਬਤ 'ਤੇ ਮੇਰੇ ਨਾਲ ਚੱਲੋ, ਜਿੱਥੇ ਸਾਡੇ ਸਾਰੇ ਹੀ ਸਿੱਧ ਮੰਡਲੀ ਬੈਠੀ ਹੈ, ਉੱਥੇ ਜਾ ਕਰਕੇ ਉਹਨਾਂ ਨੂੰ ਦਰਸ਼ਨ ਬਖਸ਼ੋ ਤਾਂ ਜੋ ਉਹਨਾਂ ਦਾ ਵੀ ਜੀਵਨ ਭਲਾ ਹੋ ਸਕੇ। ਜਾਂ ਫਿਰ ਮਹਾਰਾਜ ਆਪ ਜੀਆਂ ਨੇ ਜੇਕਰ ਉੱਥੇ ਨਹੀਂ ਜਾਣਾ ਤੇ ਮੈਂ ਆਪ ਜੀਆਂ ਦੀ ਸੇਵਾ ਦੇ ਵਿੱਚ ਆਪ ਜੀਆਂ ਨੂੰ ਛਕਾਉਣ ਵਾਸਤੇ ਕੁਝ ਪਦਾਰਥ ਇੱਥੇ ਲੈ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮੰਗਲਨਾਥ, ਤੇਰੇ ਨਾਲ ਵਿਚਾਰ ਕਰਕੇ ਮੇਰਾ ਵੀ ਬੜਾ ਮਨ ਪ੍ਰਸੰਨ ਹੋਇਆ ਹੈ। ਤੇਰੇ ਦਰਸ਼ਨ ਕਰਕੇ ਹੀ ਸਾਰੀ ਭੁੱਖ ਮਿਟ ਗਈ ਹੈ, ਤੇਰੇ ਨਾਲ ਵਿਚਾਰ ਕਰਕੇ ਸਾਰੀ ਭੁੱਖ ਮਿਟ ਗਈ ਹੈ, ਤ੍ਰਿਪਤ ਹੋਏ ਹਾਂ। ਹੁਣ ਪਦਾਰਥਾਂ ਦੀ ਲੋੜ ਨਹੀਂ, ਤੁਸੀਂ ਸਾਥੋਂ ਅੱਗੇ ਅੱਗੇ ਸਮੇਰ ਪਰਬਤ 'ਤੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਆਵਾਂਗੇ, ਹੁਣ ਦੇਰ ਨਹੀਂ ਲਾਉਂਦੇ। ਇਸ ਪ੍ਰਕਾਰ ਸਤਿਗੁਰਾਂ ਤੋਂ ਹੁਕਮ ਲੈ ਕਰਕੇ, ਆਗਿਆ ਲੈ ਕਰਕੇ ਮੰਗਲਨਾਥ ਵਾਪਸ ਸਮੇਰ ਪਰਬਤ 'ਤੇ ਗਿਆ ਹੈ ਤੇ ਭਾਈ ਮਰਦਾਨਾ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸਤਿਗੁਰੂ ਜੀ, ਇਹ ਜੋ ਜੋਗੀ ਮੰਗਲਨਾਥ ਆਇਆ ਸੀ ਕਿੰਨਾ ਸੰਤ ਸਰੂਪ ਸੀ, ਕਿੰਨਾ ਸ਼ਾਂਤੀ ਦਾ ਭਰਿਆ ਹੋਇਆ ਸੀ, ਇਹਦੀ ਬੋਲੀ ਵਿੱਚ ਕਿੰਨੀ ਮਿਠਾਸ ਸੀ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਇੱਥੇ ਜੋ ਸਿੱਧ ਨੇ ਨਾ, ਸਾਰੇ ਹੀ ਸਿੱਧ ਇੱਕੋ ਜਿਹੇ ਨਹੀਂ। ਕਈਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਉਹਨਾਂ ਦੇ ਸੁਭਾਅ ਦੇ ਵਿੱਚ ਨਿਮਰਤਾ, ਬੋਲੀ ਦੇ ਵਿੱਚ ਪਰਮੇਸ਼ਰ ਵੱਲੋਂ ਮਿਠਾਸ ਪੈਦਾ ਹੋਈ ਹੈ। ਅਕਸਰ ਹੀ ਵਿਦਵਾਨਾਂ ਦਾ ਮੰਨਣਾ ਹੈ ਕਿ ਜੋ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਨੇ ਨਾ, ਉਹ ਜਦੋਂ ਵੀ ਨਿਤਨੇਮ ਕਰਦੀਆਂ ਨੇ, ਪਰਮੇਸ਼ਰ ਦੀ ਆਰਾਧਨਾ ਕਰਦੀਆਂ ਨੇ, ਜਦੋਂ ਆਪਣੀ ਰਸਨਾ ਦੇ ਨਾਲ ਨਾਮ ਜਪਦੀਆਂ ਨੇ ਤੇ ਰਸਨਾ ਦੇ ਵਿੱਚੋਂ ਮਿਠਾਸ ਪੈਦਾ ਹੋ ਜਾਂਦੀ ਹੈ, ਮਿੱਠਾ ਅੰਮ੍ਰਿਤ ਪੈਦਾ ਹੋ ਜਾਂਦਾ ਹੈ। ਜਿਵੇਂ ਸੰਗਤ ਜੀ ਆਪਾਂ ਬੋਲਦੇ ਬੋਲਦੇ ਥੁੱਕ ਅੰਦਰ ਲਗਾਉਂਦੇ ਆ ਨਾ, ਫਿੱਕਾ ਸਵਾਦ ਆਉਂਦਾ ਹੈ, ਥੁੱਕ ਦਾ ਥੁੱਕ ਵਰਗਾ। ਪਰ ਜਿਹੜੇ ਗੁਰਮੁਖ ਜਨ ਹਨ, ਉਹਨਾਂ ਨੂੰ ਅੰਮ੍ਰਿਤ ਵਰਗੀ ਮਿਠਾਸ ਪੈਦਾ ਹੁੰਦੀ ਹੈ, ਉਹਨਾਂ ਦੀ ਰਸਨਾ ਤੇ ਅੰਮ੍ਰਿਤ ਵਸਦਾ ਹੈ।
इस प्रकार महाराज समझाउण लगे, भाई मर्दाना जी सारे सिद्ध इक्को जे ने, ते जिहड़ा मंगलनाथ है ये सारियां ही सिद्धां दे विचों श्रेष्ठ है, सारियां ही सिद्धां दे विचों गुणी ज्ञानी निम्रता वाला है। भाई मर्दाना जी कहने लगे, महाराज फिर देरी किस गल दी है, चलो आपां शनेर पर्वत ते चलीए, जा करके सिद्ध मंडली दे दर्शन करिए। गुरु नानक पातशाह कहने लगे कि भाई मर्दाना जी इत्थे हजे एक सिद्ध दा आउणा बाकी है, जो बड़ा हंकारी है, जिसका नाम शंभूनाथ है। वो भी सतगुरां दे कोल आया है, शरीर उपर सवाह मली है, कन पड़वाए मुंदरा पाइयां ने, एक हाथ दे विच सवाह इकट्ठी करन वाला फावड़ा फड़िया है, एक हाथ दे विच बैरागन जिस दे उपर बाहां रख के चौंकड़े मारते ने, जोग करते ने, वो भी है। आ करके गुरु नानक देव जी नूं मिलिया ते कहण लगा कि सतगुरु जी आप जी इत्थे आए हो, आप जियां दे वड्डे भाग ने, ते भली गल यही है कि गोरखनाथ नूं अपना गुरु बना लवो। आप जियां दा वडेपे दा डर सारा, मौत दा डर सारा नाश हो जाएगा, नाले जोगमत सारियां चों उच्ची मत है, इस दे नाल ही मौत तो बचिया जा सकता है। धन साहिब श्री गुरु नानक देव जी कहने लगे, शंभूनाथ ना तो असीं कन कढ़वाउणे ने, ना शरीर उपर सिर दे उपर सवाह मलनी है, ते ना ही हत्थां दे विच सवाह इकट्ठी करन वाले फावड़े ते मोढे ते ये गोदड़ियां जिहां पाउणियां ने, इन्हां नूं ग्रहण करके ते बंदा भखारी जिहा लगदा है। ते याद रखी, तूं कहना है कि गोरख नूं गुरु बना, मैं तेरे गोरख नूं भी अपना चेला बनावांगा, तेरे नाल दे सिद्धां दा सारियां दा हंकार तोड़ांगा, क्योंकि एक अकाल पुरख वाहिगुरू उसकी मैं आराधना करता हाँ, उसने मेरा सारा डर निर्भव निर्वैर किया है, सारा डर दूर किया है। इस प्रकार जदों साहिब श्री गुरु नानक देव जी ने शंभूनाथ ताईं बचन उचारे ने, ते बड़ा गुस्से विच आया है। इत्थों तक पिछलियां कथा विचारां आईयां सन। आओ जिस प्रकार अगे गुर इतिहास आउंदा है, मन चित बिरतियां एकाग्र करिए, शरदा भावना के नाल गुर इतिहास श्रवण करिए जी। सतनाम श्री वाहिगुरु साहिब जीओ। कपैत वडोई हंकारी कहा नदर तुम्हारी। इस प्रकार शंभूनाथ सतगुरां नूं कहंदा है। सतगुरां दे मुखों बचन सुन के गुस्से विच आके कहण लगा कि हे गुरु नानक, तू तो बड़ा वड्डा हंकारी है, ते तेरी नज़र कित्थे है? तैनूं असीं नज़र नहीं आउंदे, तू की वेखदा है? कछ औरी बौरी बातें मुख काफी को बख्त है। मैं पागलां जिहा वांग मस्तानियां वांग ये औरियां बौरियां जिहियां गल्लां तू साडी निंदिया करदा है। ये औरियां बौरियां जिहियां गल्लां कास तो करदे हो? जति नाथ सिद्ध सब बीच है प्रसिद्ध ऐसो। सारे संसार दे विच जिहड़े 6 जति ने, 9 नाथ ने, 84 सिद्ध ने, ये सारे ही सारे संसार विच प्रसिद्ध हन। गोरख को जाने नहीं कैसी है सख्त है। तू गोरखनाथ की वडियाई जानदा नहीं, उहदा चेला बनदा नहीं। तेरे कोल है गुरु नानक कैसी शक्ति है? सिद्ध साध निंदे तुम भयो कौन बिंदे। तू साधुआं दी संतां दी साडी निंदिया कर रहा है, तेरी पैदाश की है? कैसे बोले माटी गंदे निज मान में शक्त है। गंदी मिट्टी दा तेरा शरीर रचिया होया है, इहदा तू मान करदा है। की तेरी पैदाइश जो सानू तो निंददा है? कौन तुम वडाई पाए जब जून आई जाए। तेरे विच भला गुरु नानक की वडियाई है, आम मनुख है तू संसार विच
ਹੋਰਾਂ ਲੋਕਾਂ ਵਾਂਗ ਜੰਮਿਆ ਹੈ, ਹੋਰਾਂ ਲੋਕਾਂ ਵਾਂਗ ਮਰ ਜਾਵੇਂਗਾ, ਜੂਨਾ ਵਿੱਚ ਫਿਰਦਾ ਰਹੇਗਾ। ਇਸ ਪ੍ਰਕਾਰ ਸ਼ੰਭੂਨਾਥ ਗੁੱਸੇ ਵਿੱਚ ਆ ਕਰਕੇ ਸਤਿਗੁਰਾਂ ਤਾਈਂ ਬਚਨ ਵਿਲਾਸ ਕਰਦਾ ਹੈ। ਗੁਰੂ ਬਿਨਾ ਸਥਿਰ ਕੋ ਨਾ ਟਿਕਤ ਹੈ। ਤੇ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਤੇ ਗੋਰਖਨਾਥ ਤੋਂ ਬਿਨਾ ਇਹ ਸੰਸਾਰ ਤੇ ਟਿਕਿਆ ਨਹੀਂ ਜਾ ਸਕਦਾ। ਨਹੀਂ ਤਾਂ ਬਾਰ-ਬਾਰ ਜੰਮੇਗਾ, ਬਾਰ-ਬਾਰ ਮਰੇਗਾ। ਕਬੈਤ ਜਨ ਤੇਰੇ ਗੋਰਖ ਕੀ ਆਦ ਸੁਬੰਦ ਹੁੰਦੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼ੰਭੂਨਾਥ ਮੈਂ ਚੰਗੀ ਤਰ੍ਹਾਂ ਜਾਣਦਾ ਤੇਰੇ ਗੋਰਖ ਔਰ ਸ਼ਿਵ ਜੀ ਦੀ ਪੈਦਾਇਸ਼ ਹੈ। ਨਜ਼ਰ ਹਮਾਰੀ ਏਕੰਕਾਰ ਪੈ ਲਗਤ ਹੈ। ਪਰ ਜਿਹੜਾ ਸ਼ਿਵ ਜੀ ਹੈ ਉਹ ਤਾਂ ਆਪ ਕਾਲ ਦੇ ਅਧੀਨ ਹੈ, ਮੌਤ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਜਿੰਨੇ ਵੀ ਦੇਵੀ ਦੇਵਤੇ ਨੇ ਸਾਰੇ ਹੀ ਕਾਲ ਦੇ ਮੌਤ ਦੇ ਵਸ ਨੇ। ਸਤਿਗੁਰੂ ਜੀ ਕਹਿੰਦੇ ਗੋਰਖਨਾਥ ਜੋ ਤੇਰਾ ਗੁਰੂ ਹੈ ਉਹ ਸ਼ਿਵ ਜੀ ਦੀ ਪੈਦਾਇਸ਼, ਪਰ ਹਮ ਨਦਰ ਹਮਾਰੀ ਏਕਾਰ ਪੈ ਲਗਤ ਹੈ। ਸਤਿਗੁਰੂ ਜੀ ਕਹਿੰਦੇ ਪਰ ਜਿਹੜੀਆਂ ਸਾਡੀਆਂ ਨਜ਼ਰਾਂ ਨੇ ਨਾ ਇਹ ਤਾਂ ਜਾ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਮੂਹਰੇ ਝੁਕਦੀਆਂ ਨੇ, ਉਹਦੇ ਹੀ ਦਰਸ਼ਨ ਕਰਦੀਆਂ ਹਨ। ਸੰਤ ਸਾਧ ਸੋਦਰ ਬਲੋਕੇ ਮੋਦ ਹੋਤ। ਮਹਾਰਾਜ ਕਹਿੰਦੇ ਕਿਤੇ ਪੂਰਨ ਸਾਧੂਆਂ ਦੇ ਸੰਤਾਂ ਦੇ ਦਰਸ਼ਨ ਹੋ ਜਾਣ ਤੇ ਚਿੱਤ ਦੇ ਵਿੱਚ ਖੇੜਾ ਆਨੰਦ ਪੈਦਾ ਹੋ ਜਾਂਦਾ ਹੈ। ਕਪੋ ਗੰਦੇ ਕੈ ਅਮਲ ਪੰਜ ਤਤ ਕੋ ਜਗਤ ਹੈ। ਸਤਿਗੁਰੂ ਜੀ ਕਹਿੰਦੇ ਸ਼ੰਭੂਨਾਥ ਨੂੰ ਦੱਸਣਾ ਪੰਜਾਂ ਤੱਤਾਂ ਦਾ ਸਰੀਰ ਮੇਰਾ ਹੈ ਤੇ ਪੰਜਾਂ ਤੱਤਾਂ ਦਾ ਸਰੀਰ ਤੇਰਾ ਹੈ। ਤੂੰ ਕਿਹਾ ਹੈ ਕਿ ਤੂੰ ਗੰਦੀ ਮਿੱਟੀ ਤੋਂ ਬਣਿਆ ਹੈ। ਜੇਕਰ ਪੰਜ ਤੱਤ ਗੰਦੇ ਹੁੰਦੇ ਨੇ ਫਿਰ ਤਾਂ ਤੂੰ ਵੀ ਗੰਦਾ ਹੈ ਤੇ ਤੇਰਾ ਗੁਰੂ ਵੀ ਗੰਦਾ। ਜੇਕਰ ਪੰਜ ਤੱਤ ਸ਼ੁੱਧ ਹੁੰਦੇ ਨੇ ਕਦੇ ਗੰਦੇ ਨਹੀਂ ਹੁੰਦੇ, ਨਿਰਮਲ ਰਹਿੰਦੇ ਨੇ, ਫਿਰ ਤੂੰ ਵੀ ਪਵਿੱਤਰ ਹੈ ਤੇ ਮੇਰਾ ਸਰੀਰ ਵੀ ਪਵਿੱਤਰ ਹੈ। ਸਤਿਗੁਰੂ ਜੀ ਕਹਿੰਦੇ ਦਰਅਸਲ ਜਿਹੜੇ ਅਮਲ ਨੇ ਨਾ, ਅਮਲ ਜੋ ਕੀਤੇ ਦੁਨੀ ਵਿੱਚ ਦਰਗਾਹ ਕੰਮ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਬੰਦੇ ਦੀਆਂ ਆਦਤਾਂ ਹੁੰਦੀਆਂ ਨੇ, ਅਮਲ ਹੁੰਦੇ ਨੇ, ਉਹ ਚੰਗੇ ਮਾੜੇ ਹੋ ਸਕਦੇ ਨੇ। ਚੰਗਿਆਂ ਦੀ ਸੰਗਤ ਕੀਤੀ, ਚੰਗੇ ਪ੍ਰਵਚਨਾਂ ਵਚਨਾਂ ਉੱਪਰ ਅਮਲ ਕੀਤਾ ਤੇ ਮਨੁੱਖ ਦਾ ਜੀਵਨ ਚੰਗਾ ਬਣ ਜਾਂਦਾ। ਭੈੜਿਆਂ ਦੀ ਸੰਗਤ ਕੀਤੀ, ਭੈੜੀਆਂ ਗੱਲਾਂ ਤੇ ਅਮਲ ਕਰ ਲਿਆ ਤੇ ਮਨੁੱਖ ਦਾ ਜੀਵਨ ਬਦਤਰ ਗੰਦਾ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸ਼ੰਭੂਨਾਥ ਦੱਸਣਾ ਕਰ ਤੂੰ ਕਿਸ ਤਰਫ ਤੋਂ ਮੈਨੂੰ ਗੰਦੀ ਮਿੱਟੀ ਦਾ ਆਖਿਆ ਹੈ ਕਿ ਪੰਜ ਤੱਤ ਗੰਦੇ ਹੁੰਦੇ ਨੇ ਜਾਂ ਫਿਰ ਇਹ ਅਮਲ ਗੰਦੇ ਹੁੰਦੇ। ਸਤਿਗੁਰਾਂ ਨੇ ਇਹ ਸਵਾਲ ਕੀਤਾ ਹੈ। ਏਕ ਮੂਸੀ ਦੇਖੇ ਸਭ ਏਕ ਹੈ ਕੇ ਕੀਏ ਨਰ। ਮਹਾਰਾਜ ਕਹਿੰਦੇ ਇੱਕੋ ਜਿਹੀਆਂ ਦੇਹਾਂ ਨੇ ਸਾਰਿਆਂ ਦੀਆਂ ਪੰਜਾਂ ਤੱਤਾਂ ਤੋਂ ਹੀ ਪੈਦਾ ਹੋਈਆਂ ਤੇ ਇੱਕ ਅਕਾਲ ਪੁਰਖ ਨੇ ਇਹ ਸਾਰੀ ਰਚਨਾ ਕੀਤੀ ਹੈ। ਮਾਨ ਕੀਨੇ ਹਾਨ ਪਰਸ਼ੋਤਮ ਭਗਤ ਹੈ। ਪਰ ਜਿਨ੍ਹਾਂ ਲੋਕਾਂ ਨੇ ਸੰਸਾਰ ਦੇ ਵਿੱਚ ਆਪਣੇ ਮਨ ਦਾ, ਆਪਣੇ ਵਡੱਪਣ ਦਾ ਜਿਹੜਾ ਮਾਣ ਹੈ, ਹੰਕਾਰ ਹੈ, ਉਸ ਨੂੰ ਨਾਸ਼ ਕਰ ਲਿਆ ਹੈ, ਉਹਨਾਂ ਨੂੰ ਸੰਸਾਰ ਵਿੱਚ ਹੋਰਾਂ ਲੋਕਾਂ ਨਾਲੋਂ ਉੱਤਮ ਪੁਰਸ਼ ਮੰਨਿਆ ਜਾਂਦਾ ਹੈ, ਸੰਤ ਮੰਨਿਆ ਜਾਂਦਾ ਹੈ। ਸਿੱਧ ਔਰੇ ਬੌਰੇ ਮਾਨ ਕੀਨੇ ਸਭ ਔਰੇ ਗੌਰੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਜਿਹੜੇ ਸਿੱਧ ਨੇ ਨਾ ਬੜੀਆਂ ਜਬੜੀਆਂ ਮਾਰਦੇ ਸਨ ਤੇ ਪਰਮੇਸ਼ਰ ਨੇ ਸਾਨੂੰ ਐਸਾ ਗਿਆਨ ਬਖਸ਼ਿਆ ਹੈ ਕਿ ਆਪਣੇ ਆਪ ਨੂੰ ਪਹਾੜਾਂ ਵਰਗੇ ਸਮਝਦੇ ਸਨ ਕਿ ਅਸੀਂ ਅੱਖਾਂ ਤੋਂ ਹੌਲੇ ਕਰ ਸੁੱਤੇ ਨੇ। ਗੁਰੂ ਬਿਨਾ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ। ਸਤਿਗੁਰੂ ਜੀ ਕਹਿੰਦੇ ਸ਼ੰਭੂਨਾਥ ਦਰਅਸਲ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਭਜਨ ਤੋਂ ਬਿਨਾਂ ਤੇ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਜਿਹੜਾ ਹੰਕਾਰ ਉਹ ਨਾਸ਼ ਨਹੀਂ ਹੁੰਦਾ ਤੇ ਮਨੁੱਖ ਅੰਦਰ ਜਿਹੜੀ ਪ੍ਰੇਮਾ ਭਗਤੀ ਹੈ ਨਾ, ਨਿਮਰਤਾ ਹੈ, ਦਇਆ ਹੈ, ਧਰਮ ਹੈ, ਐਸੇ ਸ਼ੁਭ ਗੁਣ ਪੈਦਾ ਨਹੀਂ ਹੁੰਦੇ। ਕਬੈਤ ਜੋਗ ਕੀ ਜੁਗਤ ਕਰ ਪਾਈਏ ਮੁਕਤ ਕੈਸੇ। ਕਹਿਣ ਲੱਗਾ ਏ ਸ਼ੰਭੂਨਾਥ ਫੇਰ ਬੋਲਿਆ ਏ, ਕਹਿੰਦਾ ਜੋਗ ਕੀ ਜੁਗਤ ਕਰ ਪਾਈਏ ਮੁਕਤ ਕੈਸੇ। हे ਗੁਰੂ ਨਾਨਕ ਜੇਕਰ ਜੋਗ ਮਤ ਤੂੰ ਨਾ ਅਪਣਾਏ ਫਿਰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ। ਇੱਕੋ ਇੱਕ ਤਾਂ ਸਾਧਨ ਹੈ ਸੰਸਾਰ ਦੇ ਵਿੱਚ ਜੋਗ ਮਤ, ਜੋਗ ਦੇ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ।
ਤੇ ਜੋਗ ਤੋਂ ਬਿਨਾਂ ਕਿਵੇਂ ਮੁਕਤੀ ਪਾਵੇਂਗਾ। जोगी जति हूँ को निज नदर न लियावई। ਪਰ ਤੇਰੇ ਬੜੇ ਮਾੜੇ ਭਾਗ ਨੇ ਗੁਰੂ ਨਾਨਕ, ਬੜਾ ਹੰਕਾਰੀ ਆ ਤੂੰ। ਸਾਨੂੰ ਜੋਗੀਆਂ ਨੂੰ, ਜਤੀਆਂ ਨੂੰ ਆਪਣੀ ਨਜ਼ਰ ਵਿੱਚ, ਆਪਣੀ ਅੱਖ ਥੱਲੇ ਵੀ ਨਹੀਂ ਲਿਆਉਂਦਾ। जाते को विशाल सब ही ते आत उत्तम है। ਇਹ ਤੂੰ ਜਾਣਦਾ ਹੈ ਜਿਹੜੀ ਜੋਗੀਆਂ ਦੀ ਮੱਤ ਬੜੀ ਵੱਡੀ ਹੈ ਤੇ ਸਾਰਿਆਂ ਤੋਂ ਉੱਤਮ ਉੱਚੀ ਮੰਨੀ ਜਾਂਦੀ ਹੈ। जाहू को खेद बड़ो काहे ठहरावई। ਤੂੰ ਗੱਲ ਕਰਦੇ ਸਾਡੀ ਨਰਾਦਰੀ ਕਰਦਾ ਹੈ, ਜਦੋਂ ਵੀ ਬਚਨ ਬਲਾਸ ਕਰਦਾ ਹੈ ਕਦੇ ਸਾਡੇ ਨਾਲ ਸਹਿਮਤ ਨਹੀਂ ਹੋਇਆ। ਅਸੀਂ ਕਿਹਾ ਸਰੀਰ ਤੇ ਸਵਾਹ ਮੰਨ, ਅਸੀਂ ਕਿਹਾ ਕੰਨ ਪੜਵਾ, ਗੋਰਖਨਾਥ ਨੂੰ ਗੁਰੂ ਮੰਨ। ਇਸ ਪ੍ਰਕਾਰ ਸਾਡੇ ਵਾਲਾ ਲਿਬਾਸ ਬਣਾ ਤੇ ਤੂੰ ਗੱਲ ਗੱਲ ਤੇ ਸਾਨੂੰ ਇਨਕਾਰ ਕੀਤਾ। ਇਸ ਲਈ ਤੂੰ ਸਾਡੀ ਨਿਰਾਦਰੀ ਕੀਤੀ ਹੈ ਤੇ ਆਪਣੇ ਆਪ ਨੂੰ ਉੱਚਾ ਠਹਿਰਾਇਆ ਹੈ। ਨੀਕੋ ਉਪਦੇਸ਼ ਮਤ ਧਰ ਜੋਗ ਬੇਸ। ਤੇ ਜਿਹੜਾ ਮੇਰਾ ਸ਼ੁਭ ਉਪਦੇਸ਼ ਹੈ, ਸ਼ੰਭੂਨਾਥ ਕਹਿੰਦਾ ਹੈ ਗੁਰੂ ਨਾਨਕ, ਇਸ ਨੂੰ ਅਪਣਾ ਤੇ ਸਾਡੀ ਮਤ ਨੂੰ ਗ੍ਰਹਿਣ ਕਰ। ਚਲੋ ਗੋਰਖ ਕੇ ਟੈਗ ਤੇ ਅਮਰ ਪਦ ਪਾਵਈ। ਚੱਲ ਤੈਨੂੰ ਗੋਰਖਨਾਥ ਦੇ ਚਰਨਾਂ ਵਿੱਚ ਲੈ ਕੇ ਚੱਲਾਂ, ਤੈਨੂੰ ਮੁਕਤੀ ਪ੍ਰਾਪਤ ਹੋਵੇਗੀ। ਪ੍ਰਗਟੋ ਗਏ ਜਗ ਜਰਾ ਜਾਏਗੋ ਅਲਗ। ਸੰਸਾਰ ਦੇ ਵਿੱਚ ਪ੍ਰਗਟ ਹੋ ਜਾਵੋਗੇ, ਬੜੀ ਸੋਭਾ ਹੋਵੇਗੀ ਤੇ ਬੁਢਾਪਾ ਆਪ ਜੀਆਂ ਤੋਂ ਇਸ ਤਰ੍ਹਾਂ ਦੂਰ ਭੱਜ ਜਾਵੇਗਾ। ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਪਲਾਵਈ। ਜਿਵੇਂ ਜੰਗ ਦੇ ਮੈਦਾਨ ਵਿੱਚ ਕੋਈ ਸੂਰਮਾ ਉਤਰ ਆਵੇ ਨਾ ਆਪਣੀਆਂ ਸ਼ਸਤਰਾਂ ਨੂੰ ਲੈ ਕਰਕੇ, ਤੇ ਜਿਹੜੇ ਕਾਇਰ ਹੁੰਦੇ ਨੇ ਉਹਦੇ ਹੱਥਾਂ ਵਿੱਚ ਫੜੀਆਂ ਨੰਗੀਆਂ ਤਲਵਾਰਾਂ ਵੇਖ ਕੇ ਦੌੜ ਜਾਂਦੇ ਨੇ, ਭੱਜ ਜਾਂਦੇ ਨੇ। ਏਦਾਂ ਤੇਰੇ ਤੋਂ ਗੁਰੂ ਨਾਨਕ ਬੁਢਾਪਾ ਦੂਰ ਦੌੜ ਜਾਵੇਗਾ, ਜਿਵੇਂ ਸੂਰਮੇ ਨੂੰ ਵੇਖ ਕੇ ਕਾਇਰ ਦੌੜਦਾ ਹੈ। ਕਬੈਤ ਨਾ ਬਿਨਾ ਜੋਗ ਗੁਰੂ ਕਬਹੂ ਨਾ ਹੋਤ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੰਭੂ ਦੀਆਂ ਗੱਲਾਂ ਦਾ ਫਿਰ ਜਵਾਬ ਦਿੰਦੇ ਨੇ। ਕਹਿੰਦੇ ਸ਼ੰਭੂਨਾਥ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਾਵੇਂ ਉਹ ਕਸ਼ਟ ਜੋਗ ਹੈ, ਭਗਤ ਜੋਗ ਹੈ, ਕਦੇ ਵੀ ਪੂਰਾ ਨਹੀਂ ਹੁੰਦਾ। ਜਿਹੜਾ ਕਸ਼ਟ ਜੋਗ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਧੂਰਾ ਰਹਿੰਦਾ ਹੈ। ਜਾਂ ਤੇ ਨਾਮ ਲਿਵ ਲਾਈ, ਜਾਂ ਤੇ ਵੱਡੋ ਨਹਿ ਆਨ ਕੋ। ਤੇ ਅਸੀਂ ਆਪਣੀ ਲੇਵ, ਅਸੀਂ ਆਪਣੀ ਲਗਾਨ ਪਰਮੇਸ਼ਰ ਦੇ ਨਾਮ ਨਾਲ ਲਾਈ ਹੈ ਤੇ ਉਹਦੇ ਤੋਂ ਵੱਡਾ ਸਾਨੂੰ ਕੋਲ ਕੋਈ ਹੋਰ ਨਜ਼ਰ ਨਹੀਂ ਆਉਂਦਾ। ਕਤਕ ਉਧਾਰੇ ਜਨ ਹੇਤ ਦੈਤ ਮਾਰੇ ਜਿਨ। ਦੇਖੋ ਜਿਹੜਾ ਪਰਮੇਸ਼ਰ ਦਾ ਨਾਮ ਹੈ ਤੇ ਪਰਮੇਸ਼ਰ ਹੈ, ਜਿਹੜਾ ਪਰਮੇਸ਼ਰ ਹੈ ਉਹਨੇ ਸੰਤ ਜਨਾਂ ਨੂੰ ਉੱਚਾ ਚੱਕਿਆ ਹੈ ਤੇ ਜਿਹੜੇ ਦੈਂਤ ਰੂਪ ਵਾਲੇ ਦੁਸ਼ਟ ਲੋਕ ਨੇ ਉਹਨਾਂ ਨੂੰ ਬਦਾਰ ਦਿੱਤਾ ਹੈ, ਪਿੱਛੇ ਪਿਛਾੜ ਦਿੱਤਾ ਹੈ, ਨਾਸ਼ ਕਰ ਦਿੱਤਾ ਹੈ। ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੇ ਵਿੱਚ ਐਸੀ ਕਲਾ, ਐਸੀ ਸ਼ਕਤੀ ਹੈ, ਜਿਹੜੇ ਪਤਿਤ ਲੋਕ ਨੇ, ਪਾਪੀ ਲੋਕ ਨੇ, ਉਹਨਾਂ ਦਾ ਜੀਵਨ ਵੀ ਉੱਚਾ ਸੁੱਚਾ ਕਰ ਦਿੱਤਾ ਹੈ। ਸਤਿਗੁਰਾਂ ਅੰਦਰ ਐਸੀ ਸ਼ਕਤੀ ਹੈ ਕਿ ਕਾਮਾਂ ਵਰਗਿਆਂ ਜੀਵਨਾਂ ਤੋਂ ਹੰਸਾਂ ਵਰਗਾ ਜੀਵਨ ਪੈਦਾ ਕਰ ਦਿੱਤੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਸ਼ੰਭੂਨਾਥ ਨੂੰ ਸਮਝਾਉਂਦੇ ਹਨ। ਨਾਮ ਔਰ ਧਾਰੇ ਮੋਹ ਨਾਸ ਦੇਤ ਗਿਆਨ ਕੋ। ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ ਜੋ ਵਿਕਾਰਾਂ ਤੋਂ ਬਚਾ ਸਕਦਾ ਹੈ, ਹੰਕਾਰ ਵਰਗੀ ਬਲਾ ਨੂੰ ਨਾਸ਼ ਕਰਕੇ ਹਿਰਦੇ ਅੰਦਰ ਪ੍ਰੇਮ ਪੈਦਾ ਕਰਦਾ ਹੈ। ਜਾਣੇ ਨਾ ਮਰੇ ਕਾਲ ਸੀਸ ਹੁੰਦੇ ਡਰੇ। ਇਹ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਉਹ ਤਾਂ ਅਮਰ ਹੋ ਜਾਂਦਾ ਹੈ, ਕਦੇ ਵੀ ਜੰਮਦਾ ਨਹੀਂ, ਮਰਦਾ ਨਹੀਂ, ਪਰਮੇਸ਼ਰ ਦੀ ਜੋਤ ਵਿੱਚ ਲਵਲੀਨ ਹੁੰਦਾ ਹੈ। ਦੇਤ ਸਹਿਜ ਸਰੂਪ ਜਾ ਕੇ ਨਹੀਂ ਹੈ ਸਮਾਨ ਕੋ। ਤੇ ਜਿਹੜੀ ਮੌਤ ਹੈ ਉਹਦੇ ਸਿਰ ਤੋਂ ਟਲ ਜਾਂਦੀ ਹੈ, ਕਿਉਂਕਿ ਉਸ ਨੂੰ ਆਪਣੇ ਸ਼ੁੱਧ ਸਰੂਪ ਦੇ, ਆਤਮ ਸਰੂਪ ਦੇ ਦਰਸ਼ਨ ਹੋ ਜਾਂਦੇ ਨੇ। ਪਰਮੇਸ਼ਰ ਦਾ ਨਾਮ ਹੈ ਜੋ ਮਨੁੱਖ ਨੂੰ ਪ੍ਰਤੀਤ ਕਰਵਾਉਂਦਾ ਹੈ ਕਿ ਪਿੱਛੋਂ ਕਿੱਥੋਂ ਆਏ ਹਾਂ, ਇੱਥੇ ਕਿਸ ਕਾਰਜ ਵਾਸਤੇ ਆਏ ਹਾਂ ਤੇ ਇਦੋਂ ਅੱਗੇ ਕਿੱਥੇ ਜਾਣਾ ਹੈ। ਇਹ ਪਰਮੇਸ਼ਰ ਦਾ ਨਾਮ ਹੀ ਹੈ
ਜੋ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਗਿਆਨ ਕਰਵਾਉਂਦਾ ਹੈ। ਨਾਮ ਬਿਨਾ ਸਾਧਨ ਜੇ ਤੇਉ ਪਦ ਬੰਧਨ ਹੈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨੇ ਮਰਜ਼ੀ ਚੌਂਕੜੇ ਮਾਰੀ ਜਾਵੋ, ਜਿੰਨੇ ਮਰਜ਼ੀ ਉੱਥੇ ਲਟਕੀ ਜਾਵੋ ਤੇ ਜਿੰਨੇ ਮਰਜ਼ੀ ਉੱਚੇ ਪਹਾੜਾਂ ਤੇ ਚੜ੍ਹ ਕੇ ਬੈਠ ਜਾਵੋ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਸਾਧਨ ਨੇ ਧਰਮ ਦੇ, ਉਹ ਸਾਰੇ ਹੀ ਪੈਰਾਂ ਵਿੱਚ ਪਾਈਆਂ ਬੇੜੀਆਂ ਵਰਗੇ ਨੇ। ਨਾਮ ਹੀ ਮੁਕੰਦ ਔਰ ਆਨ ਨਹਿ ਜਾਣ ਕੋ। ਇੱਕੋ ਪਰਮੇਸ਼ਰ ਦਾ ਨਾਮ ਹੈ ਜੋ ਮੁਕਤੀ ਬਖਸ਼ ਸਕਦਾ ਹੈ। ਨਹੀਂ ਬੰਦਾ ਸਾਰੀ ਦਿਹਾੜੀ ਭਲਾਂ ਦੀ ਪੂਜਾ ਕਰੀ ਜਾਵੇ, ਸਾਰੀ ਦਿਹਾੜੀ ਪੱਥਰਾਂ ਨੂੰ ਨਵਾਈ ਜਾਵੇ, ਸਾਰੀ ਦਿਹਾੜੀ ਕੁਝ ਕਰੀ ਜਾਵੇ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਇੱਕੋ ਇੱਕ ਨਾਮ ਹੈ ਜੋ ਮਨੁੱਖ ਨੂੰ ਮੁਕਤੀ ਬਖਸ਼ਦਾ ਹੈ। ਕਬਿਤ ਸਮਝੇ ਨਾ ਸਮਝਾਇਓ, ਕੌਣ ਤੋ ਸੋ ਬਾਤ ਕਰੇ। ਗੁੱਸੇ ਵਿੱਚ ਆ ਕੇ ਸ਼ੰਭੂ ਨਾਥ ਕਹਿਣ ਲੱਗਾ, ਤੈਨੂੰ ਕਦੋਂ ਦਾ ਸਮਝਾਈ ਜਾਣਾ, ਬਾਰ-ਬਾਰ ਸਮਝਾਉਣਾ ਤੈਨੂੰ, ਪਰ ਤੂੰ ਮੇਰੀਆਂ ਗੱਲਾਂ ਨੂੰ ਸਮਝਦਾ ਨਹੀਂ। ਕਿਉਂ ਮੇਰੇ ਮੂਹਰੇ ਬੋਲ ਕੇ, ਮੇਰੇ ਉਲਟ ਬੋਲ ਕੇ ਝਗੜਾ ਕਰਦਾ ਹੈ। ਐਸੇ ਕਹੇ ਸ਼ੰਭੂਨਾਥ ਮੇਰ ਪੈ ਸਧਾਇਓ ਹੈ। ਇਹਦਾ ਸਤਿਗੁਰਾਂ ਦੇ ਨਾਲ ਗੁੱਸੇ ਹੋ ਕਰਕੇ ਸ਼ੰਭੂਨਾਥ ਉੱਠਿਆ ਹੈ ਤੇ ਸ਼ਮੇਰ ਪਰਬਤ ਵੱਲ ਗੋਰਖਨਾਥ ਵੱਲ ਦੌੜਿਆ ਹੈ। ਗੋਰਖ ਨੇ ਬੁਝਿਓ ਕੈਸੇ ਬੈਨ ਤਿਨ ਕਹੇ ਸੁਨੇ। ਜਦੋਂ ਗੋਰਖਨਾਥ ਕੋਲ ਸ਼ੰਭੂਨਾਥ ਗਿਆ ਹੈ ਤੇ ਗੋਰਖਨਾਥ ਨੇ ਪੁੱਛਿਆ ਹੈ, ਹਾਂ ਵੀ ਚੇਲਿਆ ਕੀ ਵਰਤਾਰਾ ਵਰਤਿਆ, ਕਿਵੇਂ ਵਿਚਾਰ ਚਰਚਾ ਹੋਈ ਹੈ। ਮਾਨੇ ਉਪਦੇਸ਼ ਕਿਦੋਂ ਮਨ ਮੈਂ ਨਾ ਲਿਆਇਓ ਹੈ। ਸ਼ੰਭੂਨਾਥ ਕਹਿਣ ਲੱਗਾ, ਕੀ ਦੱਸਾਂ ਗੋਰਖਨਾਥ, ਬਾਰ-ਬਾਰ ਸਮਝਾਇਆ, ਬਹੁਤੀ ਵਾਰ ਸਮਝਾਇਆ, ਪਰ ਆਪਣੀਆਂ ਗੱਲਾਂ ਨੂੰ ਮੰਨਦਾ ਹੀ ਨਹੀਂ। ਮੈਂ ਇੱਕ ਸਵਾਲ ਕਰਦਾ, ਉਹਦੇ ਕੋਲ ਅੱਗੇ 100 ਜਵਾਬ ਆਉਂਦਾ। ਹਰ ਤਰੀਕੇ ਤੋਂ ਸਮਝਾਉਂਦਾ ਹੈ, ਹਰ ਤਰੀਕੇ ਤੋਂ ਆਪਣੀਆਂ ਗੱਲਾਂ ਦਾ ਵਿਰੋਧ ਕਰਦਾ ਹੈ। ਨਾਥ ਸੁਨੋ ਔਰੀ ਬੋਰੀ ਬਾਤੇ ਹੈ ਬਖਤ ਸੋ। ਤੇ ਇਦਾਂ ਕਹਿੰਦਾ ਹੈ ਕਿ ਜਿਹੜੇ ਇਹ ਸਿੱਧ ਲੋਕ ਨੇ ਇਹ ਤਾਂ ਪਾਗਲ ਗੱਲਾਂ ਕਰਦੇ ਨੇ, ਹੋਰ ਹੀ ਗੱਲਾਂ ਕਰਦੇ ਨੇ, ਔਰੀਆਂ ਬਾਵਰੀਆਂ ਜੀ। ਇਸ ਪ੍ਰਕਾਰ ਸ਼ੰਭੂਨਾਥ ਇਹ ਵੀ ਦੱਸਦਾ ਹੈ ਤੇ ਨਾਲੇ ਕਹਿੰਦਾ ਹੈ ਗੋਰਖਨਾਥ ਜਿਹੜਾ ਗੁਰੂ ਨਾਨਕ ਹੈ ਉਹ ਵੀ ਬੜੀਆਂ ਔਰੀਆਂ ਬੌਰੀਆਂ ਦੀਆਂ ਗੱਲਾਂ, ਬੇਮਤਲਬੀ ਗੱਲਾਂ ਕਰਦਾ ਹੈ। ਕਾਕੋ ਉਪਦੇਸ਼ ਨਹੀਂ ਮਨ ਤੋਂ ਮਨਾਇਓ ਹੈ। ਬੜੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ, ਬੜਾ ਉਪਦੇਸ਼ ਦਿੱਤਾ, ਪਰ ਗੁਰੂ ਨਾਨਕ ਨਹੀਂ ਮੰਨਦਾ। ਗੋਰਖ ਹਸ ਤਬ ਮੰਗਲ ਕੀ ਦਿਸ ਦੇਖ। ਤੇ ਗੋਰਖ ਸਾਰਿਆਂ ਹੀ ਸਿੱਧਾਂ ਦੇ ਵਿੱਚ ਬੈਠਾ ਸੀ ਜਦੋਂ ਸ਼ੰਭੂਨਾਥ ਨੇ ਸਾਰੀ ਕਹਾਣੀ ਦੱਸਦਾ ਸੀ। ਸੁਣ ਕਰਕੇ ਸ਼ੰਭੂਨਾਥ ਦੀ ਜ਼ਬਾਨੀ ਗੋਰਖਨਾਥ ਉੱਚੀ ਹੱਸਿਆ ਤੇ ਜਿਹੜਾ ਸੰਤ ਸਰੂਪ ਮੰਗਲਨਾਥ ਸਾਧੂ ਹੈ ਉਹਦੇ ਵੱਲ ਵੇਖਿਆ ਹੈ। ਸਭੇ ਕੋ ਸੁਨਾਈ ਮੁਖ ਬਚਨ ਅਲਾਇਓ ਹੈ। ਇਸ ਪ੍ਰਕਾਰ ਉੱਚੀ ਬੋਲ ਕਰਕੇ ਗੋਰਖਨਾਥ ਬੋਲਿਆ ਹੈ ਤੇ ਸਾਰਿਆਂ ਨੂੰ ਸੁਣਾਉਣਾ ਕੀਤਾ ਹੈ। ਸਵਈਆ ਮੰਗਲਨਾਥ ਸੁਨੋ ਇਸ ਬੈਨ ਕੋ। ਇਹ ਸਿੱਧ ਮੰਗਲਨਾਥ ਤੁਸੀਂ ਸ਼ੰਭੂਨਾਥ ਦੇ ਬਚਨਾਂ ਨੂੰ ਸੁਣਨਾ ਕਰੋ। ਗੁਰ ਕਹੇ ਕਿਦੋਂ ਸਾਚ ਅਲਾਈ। ਇਹ ਸ਼ੰਭੂਨਾਥ ਜਿਵੇਂ ਗੁਰੂ ਨਾਨਕ ਬਾਰੇ ਦੱਸਦਾ ਹੈ ਕਿ ਬੜੀਆਂ ਔਰੀਆਂ ਬੌਰੀਆਂ ਗੱਲਾਂ ਕਰਦਾ ਹੈ, ਬੇਮਤਲਬੀ, ਤੇ ਗੱਲ ਤੇ ਝਗੜਾ ਕਰਦਾ ਹੈ ਕਿ ਇਹ ਸੱਚ ਕਹਿੰਦਾ ਹੈ ਜਾਂ ਫਿਰ ਸ਼ੰਭੂਨਾਥ ਝੂਠ ਬੋਲਦਾ ਹੈ। ਪਾਖਤ ਹੋ ਤੁਮ ਔਰ ਵਿਧੀ। ਇਹ ਤੂੰ ਤਾਂ ਆ ਕੇ ਸਾਡੇ ਕੋਲ ਗੁਰੂ ਨਾਨਕ ਦੀਆਂ ਬੜੀਆਂ ਸਿਫਤਾਂ ਵਡਿਆਈਆਂ ਕੀਤੀਆਂ ਨੇ ਕਿ ਉਹਨਾਂ ਵਰਗਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ, ਉਹਨਾਂ ਦੀ ਪੂਜਾ ਕਰਨੀ ਚਾਹੀਦੀ ਇਸ ਪ੍ਰਕਾਰ। ਪਰ ਇਹ ਤਾਂ ਆ ਕੇ ਕਹਿੰਦਾ ਹੈ ਕਿ ਗੁਰੂ ਨਾਨਕ ਝਗੜਾ ਕਰਦਾ ਹੈ। ਹਮ ਕੋ ਵਿਦ ਜਨ ਹੈ ਦੇਖੋ ਬਤਾਈ। ਤੇ ਅਸੀਂ ਹੁਣ ਕਿਹਦੀ ਮੰਨੀਏ, ਮੰਗਲਨਾਥ ਤੂੰ ਸੱਚ ਬੋਲਦਾ ਹੈ ਜਾਂ ਫਿਰ ਸ਼ੰਭੂਨਾਥ ਸੱਚ ਕਹਿੰਦਾ ਹੈ ਕਿ ਗੁਰੂ ਨਾਨਕ ਦਾ ਸੁਭਾਅ ਐਸਾ ਹੈ, ਸਾਨੂੰ ਦੱਸਣਾ ਕਰ। ਮੰਗਲ ਭਗਤ ਆਪਣੇ ਪੰਥ ਕੀ ਹੀਨਤਾ। ਤੇ ਮੰਗਲਨਾਥ ਜੋਗੀ ਕਹਿਣ ਲੱਗਾ ਹੈ ਗੋਰਖਨਾਥ ਕਿ ਜਿਹੜੇ ਪੰਥ ਨਾਲ ਬੰਦਾ ਸੰਬੰਧ ਰੱਖਦਾ ਹੋਵੇ ਨਾ, ਜਿਹੜੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਕਦੇ ਵੀ ਉਹਦੀ ਹੀਨਤਾ ਦੀ ਗੱਲ ਨਹੀਂ ਕਰਦਾ।
ਹਮੇਸ਼ਾ ਉਹਦੀ ਵਡਿਆਈ ਦੀ ਗੱਲ ਕਰੂਗਾ। ਕੈਸੇ ਕਹੀ ਨਹਿ ਜਾਈ ਤੇ ਉਹਦੀ ਹੀਣਤਾ ਮੁਖ ਤੋਂ ਕਈ ਵੀ ਨਹੀਂ ਜਾ ਸਕਦੀ, ਜਿਸ ਜਾਤ ਬਰਾਦਰੀ ਵਿੱਚ ਬੰਦਾ ਰਹਿੰਦਾ ਹੋਵੇ। ਸਾਚ ਕੋ ਪੂਰ ਕਹੈ ਜਗ ਜੇ ਨਰ। ਇਸ ਪ੍ਰਕਾਰ ਇਹ ਬੰਦਾ ਸੱਚ ਨੂੰ ਝੂਠ ਕਹਿੰਦਾ ਹੈ, ਤੇ ਜਿਹੜਾ ਬੰਦਾ ਸੰਸਾਰ ਦੇ ਵਿੱਚ ਸੱਚੀ ਗੱਲ ਨੂੰ ਝੂਠ ਬਣਾ ਕੇ ਦੱਸਦਾ ਹੈ। ਪੁੰਜ ਲੱਗੇ ਅਗ ਪੁੰਨ ਪਲਾਈ। ਤੇ ਗੋਰਖਨਾਥ ਜੀ ਉਹ ਤਾਂ ਸਾਰੇ ਸੰਸਾਰ ਤੇ ਆ ਕੇ ਪਾਪ ਚਿੰਬੜਦੇ ਕਿ ਇਦੋਂ ਵੱਡਾ ਪਾਪ ਕੀ ਹੋਵੇਗਾ ਕਿ ਸੁਣ ਕੇ ਕੁਝ ਹੋਰ ਆਇਆ ਹੋਵੇ, ਵੇਖ ਕੇ ਕੁਝ ਹੋਰ ਆਇਆ ਹੋਵੇ, ਤੇ ਆਪਣੇ ਪੰਥ ਦੀ ਵਡਿਆਈ ਕਰਨ ਵਾਸਤੇ ਗੋਰਖਨਾਥ ਤੇਰੀ ਵਡਿਆਈ ਕਰਨ ਵਾਸਤੇ ਇੱਥੇ ਆ ਕੇ ਝੂਠ ਬੋਲੇ, ਗੁਰੂ ਨਾਨਕ ਦੀ ਨਿੰਦਿਆ ਕਰੇ, ਤੇ ਇਦੋਂ ਵੱਡਾ ਪਾਪ ਭਲਾ ਕੀ ਹੋਵੇਗਾ। ਦੋਹਰਾ ਸਭ ਆਗਮ ਸਭ ਮਤ ਜਿਤੇ। ਮੰਗਲਨਾਥ ਕਹਿੰਦਾ ਹੈ ਕਿ ਭਾਵੇਂ ਪੜ੍ਹ ਲਵੋ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਤੇ ਜਿੰਨੇ ਵੀ ਧਾਰਮਿਕ ਮਾਤਾ ਹਨ, ਭਗਤ ਸਭੇ ਪੁਰਾਨ। ਤੇ ਜਿਹੜੇ 18 ਪੁਰਾਣ ਹਨ, ਵੇਦ ਸ਼ਾਸਤਰ ਹਨ, ਸਾਰੇ ਹੀ ਇਹ ਗੱਲ ਕਹਿੰਦੇ ਨੇ ਸਾਤ ਸਮਾਨ ਨ ਪੁੰਨ ਕੋ। ਕਿ ਸੱਚ ਬੋਲਣ ਦੇ ਸਮਾਨ ਕੋਈ ਸੰਸਾਰ ਤੇ ਪੁੰਨ ਨਹੀਂ। ਸੰਸਾਰ ਦੇ ਸਭ ਤੋਂ ਵੱਡਾ ਪੁੰਨ ਹੈ ਸੱਚ ਬੋਲਣਾ, ਸੱਚ ਲਈ ਖੜਨਾ, ਸੱਚ ਲਈ ਲੜਨਾ, ਸੱਚ ਲਈ ਮਰਨਾ। ਇਹ ਸਭ ਤੋਂ ਵੱਡਾ ਪੁੰਨ ਹੈ। ਪਾਪ ਨ ਝੂਠ ਸਮਾਨ। ਤੇ ਗੋਰਖਨਾਥ ਵੇਦਾਂ ਨੇ ਦੱਸਿਆ ਹੈ ਕਿ ਪਾਪ ਵਰਗੀ ਚੀਜ਼ ਨਹੀਂ, ਝੂਠ ਵਰਗੀ ਚੀਜ਼ ਨਹੀਂ, ਝੂਠ ਵਰਗਾ ਸੰਸਾਰ ਤੇ ਕੋਈ ਪਾਪ ਵੀ ਨਹੀਂ। ਜੇਕਰ ਪੁੰਨ ਵਰਗਾ ਸੰਸਾਰ ਵਿੱਚ ਕੋਈ ਸੱਚ ਵਰਗਾ ਪੁੰਨ ਨਹੀਂ ਨਾ, ਤੇ ਝੂਠ ਵਰਗਾ ਪਾਪ ਵੀ ਨਹੀਂ। ਸੰਸਾਰ ਵਿੱਚ ਜਿਹੜਾ ਬੰਦਾ ਝੂਠ ਬੋਲਦਾ ਹੈ ਕਿਸੇ ਦੀ ਖੁਸ਼ੀ ਵਾਸਤੇ, ਕਿਸੇ ਦੀ ਵਡਿਆਈ ਵਾਸਤੇ, ਮਹਿਮਾ ਵਾਸਤੇ, ਜਾਂ ਆਪਣੇ ਕਿਸੇ ਨਿੱਜੀ ਕੰਮ ਕਾਜ ਵਾਸਤੇ, ਇਸ ਪ੍ਰਕਾਰ ਕਿਸੇ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਬਾਬਤ ਤੇ ਧਰਮ ਨੂੰ ਝੂਠਾ ਠਹਿਰਾ ਦੇਵੇ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਗੁਰਬਾਣੀ ਕਹਿੰਦੀ। ਇਸ ਪ੍ਰਕਾਰ ਸੱਚ ਵਰਗਾ ਪੁੰਨ ਨਹੀਂ। ਮੰਗਲਨਾਥ ਕਹਿੰਦਾ ਗੋਰਖਨਾਥ ਝੂਠ ਵਰਗਾ ਸੰਸਾਰ ਵਿੱਚ ਕੋਈ ਪਾਪ ਵੀ ਨਹੀਂ ਹੈ। ਕਬੈਤ ਕਹੋ ਨਹੀਂ ਕੈਸਾ ਉਹ ਹੈ ਸੋ ਜੈਸਾ ਤੈਸਾ। ਮੇਰੇ ਵਿੱਚ ਸ਼ਕਤੀ ਨਹੀਂ ਗੋਰਖਨਾਥ, ਕਿਵੇਂ ਦੱਸ ਦੇਵਾਂ ਗੁਰੂ ਨਾਨਕ ਕੈਸਾ ਹੈ। ਜਬ ਆਵੇ ਗੋ ਨਿਕਟ ਤਬ ਦੇਖ ਲੀਜੇ ਤਾਹੇ ਕੋ। ਜਦੋਂ ਸ਼ਮੇਰ ਪਰਬਤ ਤੇ ਆ ਜਾਵੇਗਾ ਤੇ ਤੂੰ ਵੀ ਦਰਸ਼ਨ ਕਰ ਲੈ, ਤੂੰ ਵੀ ਉਹਦਾ ਸੁਭਾਅ ਵੇਖ ਲਾਵੇਂ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ। ਇਸ ਪ੍ਰਕਾਰ ਸ਼ੰਭੂਨਾਥ ਨੂੰ ਬੜਾ ਗੁੱਸਾ ਆਇਆ ਹੈ ਜਦੋਂ ਮੰਗਲਨਾਥ ਨੇ ਗੁਰੂ ਨਾਨਕ ਦੀਆਂ ਵਡਿਆਈਆਂ ਕੀਤੀਆਂ, ਤੇ ਸ਼ੰਭੂਨਾਥ ਗੋਰਖ ਨੂੰ ਕਹਿਣ ਲੱਗਾ ਹੈ, ਇਹ ਗੋਪ ਪਖ ਰਾਖਤ ਸੋ ਨਾਨਕ ਕੇ ਰਾਹੇ ਕੋ। ਕਹਿੰਦਾ ਹੈ ਗੁਰੂ ਗੋਰਖਨਾਥ ਤੂੰ ਵੇਖ ਕਿਵੇਂ ਮੰਗਲਨਾਥ ਆਪਣੇ ਵਿਰੋਧੀ ਦੀਆਂ ਵਡਿਆਈਆਂ ਕਰਦਾ, ਵੇਖ ਕਿਵੇਂ ਉਹਦੀ ਵਡਿਆਈ ਕਰਦਾ ਹੈ, ਉਹਦਾ ਪੱਖ ਪੂਰਦਾ ਹੈ। ਜਾਣਿਓ ਜੇ ਵਡੇਰੋ ਅਬ ਚੇਲੋ ਜਾਏ ਹੋਵੇ ਤਾਂ ਕੋ। ਜੇਕਰ ਇਹਨੂੰ ਇਸ ਨੂੰ ਗੁਰੂ ਨਾਨਕ ਇੰਨਾ ਹੀ ਵੱਡਾ ਲੱਗਦਾ ਹੈ, ਇੰਨਾ ਹੀ ਚੰਗਾ ਲੱਗਦਾ ਹੈ, ਤੇ ਆਪਾਂ ਨੂੰ ਛੱਡ ਕੇ ਜਾ ਕੇ ਉਹਦਾ ਚੇਲਾ ਬਣ ਜਾਵੇ। ਸਿੱਧ ਵੇਖ ਤਜੈ ਇਹਾਂ ਵਰਜਤ ਨਾਹੀ ਕੋ। ਤੇ ਸਿੱਧਾਂ ਦੀ ਮੰਡਲੀ ਛੱਡਣ ਨੂੰ ਜਾਂ ਸਿੱਧਾਂ ਦਾ ਮਤ ਛੱਡਣ ਵਾਸਤੇ ਇੱਥੇ ਕੋਈ ਰੋਕਦਾ ਥੋੜਾ ਹੈ। ਆਪਣੀ ਮਰਜ਼ੀ ਕਰੇ, ਆਪਣੀ ਮਰਜ਼ੀ ਦੇ ਨਾਲ ਇਹ ਜੋਗੀ ਬਣਿਆ ਸੀ, ਤੇ ਹੁਣ ਜੋਗੀਆਂ ਦਾ ਪੱਖ ਨਹੀਂ ਪੂਰਦਾ, ਹੁਣ ਗੁਰੂ ਨਾਨਕ ਦਾ ਪੱਖ ਪੂਰਦਾ ਹੈ। ਜਾਂ ਇਹਨੂੰ ਕਹਿ ਦੇਵੋ ਕਿ ਗੁਰੂ ਨਾਨਕ ਦਾ ਚੇਲਾ ਬਣ ਜਾਵੇ। ਹਾਂ ਤੋਂ ਦੇਖ ਲੀਨੋ ਜਾਏ ਭਲੀ ਬਿਦ ਬਾਦ ਕੀਨੋ। ਇਸ ਪ੍ਰਕਾਰ ਹੀ ਸ਼ੰਭੂਨਾਥ ਕਹਿੰਦਾ ਹੈ ਕਿ ਜਦੋਂ ਗੁਰੂ ਨਾਨਕ ਦੇ ਨਾਲ ਗੋਰਖਨਾਥ ਤੇਰਾ ਮੇਲ ਹੋਵੇਗਾ ਨਾ, ਜਾਂ ਫਿਰ ਤੂੰ ਜਾ ਕੇ ਵੇਖਣਾ ਤਾਂ ਤੈਨੂੰ ਪਤਾ ਲੱਗ ਜਾਵੇਗਾ ਗੁਰੂ ਨਾਨਕ ਐਸਾ ਹੈ, ਕੋਈ ਵੀ ਗੱਲ ਨਹੀਂ ਮੰਨਦਾ, ਹਰ ਗੱਲ ਉਲਟ ਕਰਦਾ ਹੈ। ਜੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ। ਜਿਵੇਂ ਗੋਰਖਨਾਥ ਮੈਂ ਤੈਨੂੰ ਦੱਸਿਆ ਹੈ, ਇਦਾਂ ਹੀ ਝਗੜਾਊ ਸੁਭਾਅ ਹੈ ਗੁਰੂ ਨਾਨਕ ਦਾ, ਬੜਾ ਗੁੱਸੇ ਵਾਲਾ ਸੁਭਾਅ ਹੈ। ਇਸ ਪ੍ਰਕਾਰ ਕਿਸੇ ਗੱਲ ਤੇ ਨਹੀਂ ਆਉਂਦਾ, ਉਪਦੇਸ਼ ਨਹੀਂ ਮੰਨਦਾ, ਜੋਗ ਮਰਦ ਨੂੰ ਚੰਗਾ ਨਹੀਂ ਕਹਿੰਦਾ, ਗੱਲ ਗੱਲ ਤੇ ਨਰਾਦਰੀ ਕਰਦਾ ਹੈ।
ਇਸ ਪ੍ਰਕਾਰ ਜਿਵੇਂ ਮੈਂ ਦੱਸਿਆ ਹੈ ਐਸਾ ਹੀ ਗੁਰੂ ਨਾਨਕ ਹੈ। ਮੰਗਲ ਕਹਿਤ ਸੁਨ ਸ਼ੰਭੂਨਾਥ, ਤੇ ਕੋਲ ਖੜਾ ਮੰਗਲਨਾਥ ਕਹਿਣ ਲੱਗਾ ਹੈ ਸ਼ੰਭੂਨਾਥ ਸੁਣਨਾ ਕਰ। ਤੇਰੇ ਕਹੇ ਹੋਤ ਨਹਿ ਘਾਟ ਭਾਨ ਉੱਲੂ ਜਿਵ ਜਾਣਏ। ਉਸੇ ਵਿੱਚ ਆਇਆ ਮੰਗਲਨਾਥ ਕਹਿਣ ਲੱਗਾ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਲੱਗਾ ਕਿ ਸ਼ੰਭੂਨਾਥ ਸੁਣ, ਤੇਰੀ ਔਕਾਤ ਉੱਲੂ ਵਰਗੀ ਆ। ਜੇਕਰ ਸਾਰੇ ਉੱਲੂ ਇਕੱਠੇ ਹੋ ਕੇ ਕਹਿਣ ਲੱਗ ਜਾਣਗੇ ਅੱਜ ਸੂਰਜ ਨਾ ਚੜ੍ਹੇ, ਸੂਰਜ ਦਾ ਵਿਰੋਧ ਕਰ, ਕਦੇ ਉੱਲੂਆਂ ਦੇ ਕਹਿਆਂ ਤੇ ਸੂਰਜ ਚੜ੍ਹਨਾ ਭੁੱਲੇ ਥੋੜਾ, ਸੂਰਜਾਂ ਨੇ ਚੜ੍ਹਨਾ ਥੋੜੋ ਛੱਡਿਆ। ਤੇਰੀ ਔਕਾਤ ਉੱਲੂ ਵਰਗੀ ਆ ਤੇ ਗੁਰੂ ਨਾਨਕ ਗਿਆਨ ਰੂਪੀ ਸੂਰਜ ਹੈ। ਜੋਗੀ ਜੋਗ ਨਾਹੀ ਹੋਏ ਭਲੋ ਤਾਕੋ ਬੁਰੇ ਭਾਖੇ। ਤੇ ਸ਼ੰਭੂਨਾਥ ਅਸਲੀ ਜੋਗੀ ਉਹ ਨਹੀਂ ਹੁੰਦਾ ਜਿਹੜਾ ਚੰਗੇ ਨੂੰ ਭੈੜਾ ਦੱਸੇ, ਜਿਹੜਾ ਸੱਚ ਨੂੰ ਝੂਠ ਦੱਸੇ। ਇਹ ਜੋਗੀਆਂ ਦੀ ਫਿਤਰਤ ਨਹੀਂ ਹੈ। ਬੂਝੇ ਦੇਖ ਸਿੱਧਨ ਕੋ ਕੈਸੇ ਕਹਿ ਬਖਾਨਾਏ। ਇਹ ਜੇਕਰ ਤੇਰੇ ਮਨ ਵਿੱਚ ਕੋਈ ਭੁਲੇਖਾ ਹੈ, ਗੋਰਖਨਾਥ ਮੰਗਲਨਾਥ ਕਹਿੰਦਾ ਹੈ ਕਿ ਜਿਹੜੇ ਬਾਕੀ ਸਿੱਧ ਮਿਲ ਕੇ ਆਏ ਨੇ ਗੁਰੂ ਨਾਨਕ ਨੂੰ, ਉਹਨਾਂ ਤੋਂ ਵੀ ਪੁੱਛ ਲਵੋ, ਉਹਨਾਂ ਦੀ ਵੀ ਸਲਾਹ ਲੈ ਲਵੋ ਕਿ ਗੁਰੂ ਨਾਨਕ ਕੈਸਾ ਹੈ। ਚੇਲੇ ਹੋਏ ਵਾਰ-ਵਾਰ ਗਹੀਏ ਰੇ ਨਾਰਤਾ ਕੀ। ਇਸ ਪ੍ਰਕਾਰ ਬਾਰ-ਬਾਰ ਜਾ ਕਰਕੇ ਇਹ ਮਿਲ ਕੇ ਆਏ ਨੇ, ਉਹਨਾਂ ਬਾਰ-ਬਾਰ ਉਹਨਾਂ ਦੇ ਦਰਸ਼ਨ ਕੀਤੇ ਨੇ। ਸੰਤ ਆਗੇ ਸੰਤ ਨਿਭੈ ਚੋਰ ਚੋਰ ਮਾਨਏ। ਮੰਗਲਨਾਥ ਕਹਿੰਦਾ ਜਿਨ੍ਹਾਂ ਦਾ ਸੰਤ ਸੁਭਾਅ ਹੁੰਦਾ ਹੈ ਨਾ, ਗੁਰਮੁਖ ਸੁਭਾਅ ਹੁੰਦਾ ਹੈ, ਤੇ ਗੁਰਮੁਖਾਂ ਦੀ ਗੁਰਮੁਖਾਂ ਦੇ ਨਾਲ, ਸੰਤਾਂ ਦਾ ਸੰਤਾਂ ਨਾਲ ਮੇਲ ਹੁੰਦਾ ਹੈ। ਤੇ ਸ਼ੰਭੂਨਾਥ ਯਾਦ ਰੱਖੀ, ਚੋਰਾਂ ਦੀ ਹਮੇਸ਼ਾ ਚੋਰਾਂ ਨਾਲ ਬਣਦੀ ਹੈ। ਤੇਰਾ ਸੁਭਾਅ ਚੋਰ ਹੈ ਜਿਹੜਾ ਸੱਚ ਨੂੰ ਝੂਠ ਦੱਸ ਰਿਹਾ ਹੈ, ਤੇ ਤੇਰੀ ਚੋਰ ਗੋਰਖਨਾਥ ਨਾਲ ਹੀ ਬਣੇਗੀ। ਇਸ ਪ੍ਰਕਾਰ ਸ਼ੰਭੂਨਾਥ ਨੂੰ ਮੰਗਲਨਾਥ ਗੁੱਸੇ ਵਿੱਚ ਆ ਕੇ ਜਵਾਬ ਦਿੰਦਾ ਹੈ। ਹੋਏ ਜੋ ਹੰਕਾਰੀ ਮਨ ਨਿਭੈ ਨਾ ਬੇਕਾਰੀ ਕਬ। ਤੇ ਜਦੋਂ ਮਨ ਹੰਕਾਰੀ ਹੋ ਜਾਵੇ ਨਾ ਸ਼ੰਭੂਨਾਥ, ਫਿਰ ਉਹ ਕਿਸੇ ਗੱਲ ਨੂੰ ਮੰਨਦਾ ਨਹੀਂ। ਸੰਗਤ ਜੀ ਇਹ ਵੀ ਗੱਲ ਸੱਚੀ ਹੈ, ਕਿਸੇ ਨੂੰ ਸਮਝਾਇਆ ਜਾ ਸਕਦਾ ਹੈ, ਮਨਾਇਆ ਨਹੀਂ ਜਾ ਸਕਦਾ। ਕਈ ਵਾਰ ਏਦਾਂ ਹੁੰਦਾ ਹੈ 2-2.5 ਘੰਟੇ, ਘੰਟਾ ਡੇਢ ਘੰਟਾ ਕਥਾ ਕਰੀਦੀ ਹੈ ਗੁਰ ਇਤਿਹਾਸ ਦੀ, ਤੇ ਸਾਰੀ ਕਥਾ ਸੁਣਨ ਤੋਂ ਬਾਅਦ ਜਿਹੜੇ ਗੁਰ ਇਤਿਹਾਸ ਦੇ ਨਿੰਦਕ ਲੋਕ ਨੇ ਨਾ, ਉਹ ਬਸ ਇੰਨਾ ਕੁ ਕਹਿ ਕੇ ਸਾਰ ਦਿੰਦੇ ਨੇ, ਏਦਾਂ ਥੋੜਾ ਹੁੰਦਾ। ਗੁਰੂ ਨਾਨਕ ਕਿੱਥੇ ਪਹਾੜਾਂ ਤੇ ਗਿਆ ਹੈ, ਗੁਰੂ ਨਾਨਕ ਨੇ ਕਿੱਥੇ ਜਾ ਕਰਕੇ ਇਹ ਗੱਲਾਂ ਕੀਤੀਆਂ, ਜਾਂ ਗੁਰੂ ਨਾਨਕ ਨੇ ਕਿੱਥੇ ਪ੍ਰਸ਼ਾਦਿਆਂ ਦੇ ਵਿੱਚੋਂ ਲਾਹੂ ਤੇ ਦੁੱਧ ਅੰਮ੍ਰਿਤ ਕੱਢਿਆ। ਏਦਾਂ ਸਾਰਾ ਇਤਿਹਾਸ ਸੁਣਨ ਤੋਂ ਬਾਅਦ ਇੱਕ ਛੋਟੀ ਜਿਹੀ ਗੱਲ ਆਪਣੇ ਮੂੰਹ ਤੋਂ ਕਹਿ ਦੇ। ਭਾਵ ਗਿਆਨ ਪ੍ਰਾਪਤ ਕਰਨ ਵਾਸਤੇ ਮਨੁੱਖ ਦਾ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਕਥਾ ਦੇ ਵਿੱਚ ਆ ਕਰਕੇ ਹਾਜ਼ਰੀਆਂ, ਕੀਰਤਨ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ ਪੈਂਦੀਆਂ। ਪਰ ਜਿਹੜਾ ਵਿਰੋਧ ਪੈਦਾ ਕਰਨਾ ਹੈ ਜਾਂ ਫਿਰ ਅਪਮਾਨ, ਨਿੰਦਿਆ ਸਿੱਖਣ ਲਈ ਕੋਈ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਨਿੰਦਿਆ ਸਿੱਖਣ ਲਈ ਕਿਸੇ ਦੀ ਸੰਗਤ ਕਰਨ ਦੀ ਲੋੜ ਨਹੀਂ। ਨਿੰਦਿਆ ਦਾ ਕੀ ਆ, ਆਪਣੇ ਮੂੰਹੋਂ ਕੱਢੀ ਇੱਕ ਗੱਲ ਕਹਿ ਕਰਕੇ ਸਾਰੀ ਚੀਜ਼ ਦਾ ਖੰਡਨ ਕਰ ਦਿੰਦੇ ਨੇ ਨਿੰਦਕ ਲੋਕ, ਐਸੇ ਵੀ ਹਨ। ਇਸ ਪ੍ਰਕਾਰ ਮੰਗਲਨਾਥ ਦੱਸ ਰਿਹਾ ਹੈ ਸ਼ੰਭੂਨਾਥ, ਇਹ ਜੋਗੀਆਂ ਦਾ ਸੁਭਾਅ ਨਹੀਂ ਕਿ ਸੱਚੀਆਂ ਗੱਲਾਂ ਨੂੰ ਝੂਠੇ ਦੱਸਣਾ, ਤੇ ਤੇਰੇ ਕਹਿਣ ਦੇ ਨਾਲ ਗੁਰੂ ਨਾਨਕ ਦੀ ਸੋਭਾ ਘਟਣੀ ਨਹੀਂ। ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨਏ। ਇਸ ਪ੍ਰਕਾਰ ਜਿੱਦਾਂ ਦੀਆਂ ਤੂੰ ਗੱਲਾਂ ਕਰਦਾ ਹੈ ਨਾ, ਮੈਨੂੰ ਇਦਾਂ ਲੱਗਦਾ ਹੈ ਕਿ ਤੂੰ ਜੋਗ ਮਤ ਨੂੰ ਚੰਗੀ ਤਰ੍ਹਾਂ ਜਾਣਿਆ ਨਹੀਂ। ਕਬੈਤ ਸ਼ੰਭੂਨਾਥ ਲਚਤ ਹਵੈ ਸਿੱਧਨ ਸੋ ਬੂਝੈ ਤਬ। ਸ਼ੰਭੂਨਾਥ ਬੜਾ ਸ਼ਰਮਸਾਰ ਹੋਇਆ ਹੈ, ਖੜਾ ਹੋ ਕਰਕੇ ਜਿਹੜੇ ਬਾਕੀ ਜੋਗੀ ਬੈਠੇ ਸਨ ਉਹਨਾਂ ਨੂੰ ਪੁੱਛਣ ਲੱਗਾ ਹੈ, ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਏ। ਕਿ ਤੁਸੀਂ ਦੱਸੋ ਭਾਈ ਗੁਰੂ ਨਾਨਕ ਨੂੰ ਕਿਵੇਂ ਵੇਖਿਆ ਹੈ? ਮੰਨਦਾ ਹੈ ਕੋਈ ਗੱਲ, ਕੰਨਾਂ ਵਿੱਚ ਮੁੰਦਰਾਂ ਪਾਉਣ ਨੂੰ ਮੰਨਦਾ ਹੈ, ਸਰੀਰ ਤੇ ਸੁਆਹ ਮਾਰਨ ਨੂੰ ਮੰਨਦਾ ਹੈ, ਕਿ ਗੋਰਖਨਾਥ ਨੂੰ ਆਪਣਾ ਗੁਰੂ ਮੰਨਦਾ ਹੈ? ਤੁਸੀਂ ਦੱਸਣਾ ਕਰੋ। ਗੋਰਖ ਕਹਿਤ ਤੁਮ ਰਾਰ ਪਾਈ ਕਰਮਾਹੇ। ਗੋਰਖਨਾਥ ਹੁਣ ਉੱਠਿਆ ਕਹਿਣ ਲੱਗਾ ਸਾਰੇ ਚੁੱਪ ਕਰ ਜਾਓ, ਕਿਵੇਂ ਆਪਸ ਵਿੱਚ ਲੜ ਰਹੇ ਹੋ? ਤੁਸੀਂ ਤਾਂ ਮੂਰਖੋ, ਆਪਣੇ ਘਰ ਵਿੱਚ ਹੀ ਝਗੜਾ ਕਰ ਰਹੇ ਹੋ। ਹਾਰ ਆਏ ਤਾਤੇ ਨਹਿ
ਬਾਤ ਕੋ ਤੇ ਅਲਾਈਏ। ਤੁਸੀਂ ਹਾਰ ਕੇ ਗੁਰੂ ਨਾਨਕ ਕੋਲੋਂ ਆਏ ਹੋ ਤੇ ਝਗੜਾ ਇੱਥੇ ਮੇਰੇ ਨਾਲ ਕਰਦੇ ਹੋ, ਆਪਸ ਵਿੱਚ ਕਰਦੇ ਹਾਂ। ਕਾਹੂ ਕੀ ਸ਼ਰੀਕਤ ਨਾ ਕੀਜੈ ਮਨ ਮਾਨ ਧਰ। ਇਸ ਪ੍ਰਕਾਰ ਆਪਣੇ ਮਨ ਦੇ ਵਿੱਚ ਕੋਈ ਵੀ ਸ਼ਰੀਕੇਬਾਜ਼ੀ ਨਾ ਕਰੋ, ਝਗੜਾ ਨਾ ਕਰੋ ਜੀ। ਤੋਤੇ ਲਗ ਹੋਇ ਜਾਏ ਤਾਹੀ ਕੋ ਹਟਾਈਏ। ਇਸ ਪ੍ਰਕਾਰ ਜੇਕਰ ਗੁਰੂ ਨਾਨਕ ਤੁਹਾਤੋਂ ਛੋਟਾ ਹੁੰਦਾ ਹੈ ਸਿੱਧੋ, ਤੇ ਤੁਸੀਂ ਗੁਰੂ ਨਾਨਕ ਨੂੰ ਆਪਣਾ ਚੇਲਾ ਬਣਾ ਲੈਣਾ ਸੀ। ਜੇ ਗਿਆਨ ਵਿੱਚ ਉਹਦੇ ਕੋਈ ਕਮੀ ਹੁੰਦੀ ਤੇ ਤੁਸੀਂ ਵਿਚਾਰ ਚਰਚਾ ਨਾਲ ਉਹਨੂੰ ਪਿੱਛੇ ਮੋੜ ਦੇਣਾ ਸੀ। ਤੁਮ ਤੇ ਵਿਸਾਲ ਜੀਤ ਲੀਨੇ ਤਾਤਕਾਲ ਤਿਨ। ਤੁਹਾਡੇ ਤੋਂ ਉਹ ਵਿਸਾਲ ਵੱਡਾ ਹੈ, ਇਸ ਲਈ ਤੁਹਾਨੂੰ ਸਾਰਿਆਂ ਨੂੰ ਉਸ ਨੇ ਜਿੱਤਿਆ ਹੈ, ਤੁਸੀਂ ਹਾਰੇ ਹੋ। ਅਬ ਲੋ ਨਾ ਜਾਣਿਓ ਔਰ ਕੈਸੇ ਕਹਿ ਜਨਾਈਏ। ਜੇਕਰ ਗੁਰੂ ਨਾਨਕ ਦੀ ਮਹਿਮਾ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਨਹੀਂ ਜਾਣੀ ਤੇ ਹੋਰ ਤੁਹਾਨੂੰ ਕਿਵੇਂ ਦਿਖਾਵਾਂ, ਕਿਵੇਂ ਸਮਝਾਵਾਂ। ਕਬਿਤ ਸਿੱਧ ਸਾਧੂ ਕੀ ਬਾਤ ਐਸੀ ਕਰੀ ਚਾਹੀਏ। ਜਿਹੜੇ ਸਿੱਧ ਹੁੰਦੇ ਨੇ ਨਾ, ਸਾਧੂ ਹੁੰਦੇ ਨੇ, ਉਹਨਾਂ ਦੀ ਗੱਲ ਉਹ ਆਪਸ ਵਿੱਚ ਝਗੜਾ ਨਹੀਂ ਕਰਦੇ, ਏਦਾਂ ਗੱਲਾਂ ਨਹੀਂ ਕਰਦੇ। ਜੋ ਉੱਚੇ ਸਭ ਜਾਣੇ ਨੀਚੋ ਆਪ ਮਨ ਕੀਜੀਏ। ਅਸਲ ਜੋਗੀ, ਅਸਲ ਜੁੜਿਆ ਹੋਇਆ ਤਾਂ ਉਹ ਹੈ ਜੋ ਆਪਣੇ ਆਪ ਨੂੰ ਨੀਵਾਂ ਜਾਣੇ ਤੇ ਆਪਣੇ ਨਾਲ ਦੇ ਨੂੰ, ਆਪਣੇ ਵਿਰੋਧੀ ਨੂੰ ਆਪਣੇ ਤੋਂ ਉੱਚਾ ਜਾਣੇ ਦੀ। ਉਹੀ ਗਿਆਨੀ ਧਿਆਨੀ ਬੜ ਗੁਣੀ ਹੋਸ ਜਾਨੀ। ਔਰ ਜੇ ਕੋਈ ਜਾਣ ਲਵੇ ਮੇਰੇ ਵਰਗਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਧਿਆਨੀ ਨਹੀਂ ਤੇ ਮੇਰੇ ਵਰਗੇ ਗੁਣ ਵਿੱਚ ਕਿਸੇ ਵਿੱਚ ਵੀ ਨਹੀਂ ਹਨ। ਜੋ ਐਸੇ ਮਨਮਾਨੀ ਸੋ ਤਿਆਗ ਮਤ ਦੀਜੀਏ। ਜੇਕਰ ਇਹ ਜੋਗੀਓ ਤੁਹਾਡੇ ਵਿੱਚ ਐਸੀ ਮਤ ਹੈ, ਤੁਸੀਂ ਇਹ ਸੋਚਦੇ ਹੋ ਸਾਡੇ ਵਰਗਾ ਕੋਈ ਗਿਆਨੀ ਧਿਆਨੀ ਗੁਣਾਵਾਨ ਨਹੀਂ, ਤੇ ਗੋਰਖਨਾਥ ਕਹਿੰਦਾ ਇਹ ਮਤ ਛੱਡ ਦੇਵੋ, ਇਹ ਗੱਲਾਂ ਭੁੱਲ ਜਾਵੋ। ਸੰਤ ਸਾਧ ਦੀਰਘ ਹੈ, ਦੀਰਘ ਤੇ ਦੀਰਘ ਹੈ। ਜਿਹੜੇ ਸੰਤ ਹੁੰਦੇ ਨੇ, ਸਾਧੂ ਹੁੰਦੇ ਨੇ, ਇਹਨਾਂ ਦੀ ਮਹਿਮਾ ਬੜੀ ਡੂੰਘੀ ਹੈ, ਇਹ ਵੱਡਿਆਂ ਤੋਂ ਵੀ ਵੱਡੇ ਹਨ। ਮਾਨ ਕੋ ਬਿਦਾਰੀ ਸੋ ਨਿਰੰਜਨ ਲਹੀਜੀਏ। ਇਹਨਾਂ ਨੇ ਆਪਣਾ ਹੰਕਾਰ ਨਾਸ਼ ਕੀਤਾ ਹੈ ਤੇ ਵਾਹਿਗੁਰੂ ਨੂੰ ਹੀ ਜਾਣਿਆ ਹੈ। ਸੁਨੇ ਪਰ ਗੁਣ ਨਹੀਂ ਕੀਜੈ ਮਤ ਸਰਮਨ। ਇਹ ਜੋਗੀਓ ਕਿਸੇ ਦੇ ਗੁਣ ਵੇਖ ਕਰਕੇ ਅੰਦਰ ਈਰਖਾ ਪੈਦਾ ਨਹੀਂ ਕਰਨੀ ਚਾਹੀਦੀ। ਤਾਂ ਕੋ ਜਸ ਅਗਨ ਮੈਂ ਤਨ ਨਫ ਕੀਜੀਏ। ਕਾਹਤੋਂ ਗੁਰੂ ਨਾਨਕ ਦੀਆਂ ਵਡਿਆਈਆਂ ਸੁਣ ਕੇ, ਕਾਹਤੋਂ ਗੁਰ ਇਤਿਹਾਸ ਸੁਣ ਕੇ, ਐਸੇ ਇਤਿਹਾਸ ਦੀ ਕਥਾ ਸੁਣ ਕੇ, ਐਸੇ ਗੁਰੂ ਨਾਨਕ ਦੀ ਸੋਭਾ ਸੁਣ ਕੇ ਅੰਦਰ ਤੁਸੀਂ ਜਸ ਰੂਪੀ ਜਿਹੜੀ ਅੱਗ ਹੈ ਉਹਦੇ ਨਾਲ ਕਿਉਂ ਸੜ ਰਹੇ ਹੋ, ਕਿਉਂ ਅੰਦਰੋਂ ਅੰਦਰ ਹੀ ਮੱਚ ਰਹੇ ਹੋ। ਸਵਈਆ ਹੋਏ ਗਇਓ ਤਬ ਗੋਰਖ ਤੂਸਨ। ਇਹਨਾਂ ਗੱਲਾਂ ਨੂੰ ਕਹਿ ਕਰਕੇ ਗੋਰਖਨਾਥ ਚੁੱਪ ਹੋਇਆ ਹੈ। ਬੈਨ ਸੁਨੇ ਸ਼ੰਭੂਨਾਥ ਲਜਾਵਾ। ਤੇ ਸੁਣ ਕਰਕੇ ਗੋਰਖਨਾਥ ਦੇ ਮੁਖੋਂ ਗੁਰੂ ਨਾਨਕ ਦਾ ਪੱਖ ਬੜਾ ਸ਼ੰਭੂਨਾਥ ਸ਼ਰਮਸਾਰ ਹੋਇਆ ਹੈ, ਚੁੱਪ ਹੋਇਆ ਹੈ। ਜੋਰਿਸ ਪਾਵਕ ਬੀਚ ਹਿਰਦੈ ਮਨ। ਤੇ ਜੋ ਆਪਣੇ ਹਿਰਦੇ ਅੰਦਰ ਜਸ ਰੂਪੀ ਵਡਿਆਈ ਰੂਪੀ ਅੱਗ ਦੇ ਨਾਲ ਮਨ ਜਾਤ ਪਾ ਨਹਿ ਬੈਨ ਅਲਾਵਾ। ਅੰਦਰੋਂ ਅੰਦਰੀ ਤੇ ਬੈਠਾ ਸੜ ਰਿਹਾ ਹੈ ਸ਼ੰਭੂਨਾਥ, ਪਰ ਕੁਝ ਬੋਲਦਾ ਨਹੀਂ। ਮੰਗਲਨਾਥ ਵੱਡੋ ਵਿਕਸਾ। ਪਰ ਸੁਣ ਕਰਕੇ ਗੋਰਖਨਾਥ ਦੇ ਮੁਖੋਂ ਵਡਿਆਈਆਂ ਗੁਰੂ ਨਾਨਕ ਦੀਆਂ, ਮੰਗਲਨਾਥ ਬੜਾ ਪ੍ਰਸੰਨ ਹੋਇਆ ਹੈ। ਤਬ ਭਾਨ ਉਗੇ ਜਿਵ ਕੰਜ ਸੁਹਾਵਾ। ਜਿਵੇਂ ਸੂਰਜ ਦੇ ਚੜ੍ਹਨ ਤੇ ਸੰਗਤ ਜੀ ਕਮਲ ਖਿੜਦਾ ਹੈ ਨਾ, ਏਦਾਂ ਗੁਰੂ ਨਾਨਕ ਰੂਪੀ ਵਡਿਆਈਆਂ ਸੁਣ ਕਰਕੇ ਮੰਗਲਨਾਥ ਦੇ ਹਿਰਦੇ ਰੂਪੀ ਕਮਲ ਖਿੜਿਆ ਹੈ। ਸ੍ਰੀ ਗੁਰੂ ਨਾਨਕ ਭੇਦ ਜਾਣਤ। ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਭੇਦ ਜਾਣਦੇ ਨੇ, ਦੇਖ ਹਸੀ ਕਰ ਹੈ ਮੁਸਕਾਵਾ। ਉਹੀ ਕੁਝ ਪ੍ਰਸਿੱਧ ਨੇ 84 ਦੇ ਵਿੱਚੋਂ ਜਿਹੜੇ ਵੇਖ ਕੇ ਸ਼ੰਭੂਨਾਥ ਨੂੰ ਹੱਸਦੇ ਨੇ। ਕਬੈਤ ਗੋਪੀ ਚੰਦ ਭਾਖੈ ਸੁਨੋ ਮੰਗਲ ਮਹਾਨ ਜੋਗੀ। ਇਸ ਪ੍ਰਕਾਰ ਫਿਰ ਗੋਪੀ ਚੰਦ ਜਿਹੜਾ ਬੜਾ ਮਹਾਨ ਜੋਗੀ ਹੈ, ਸੰਤ ਬਿਰਤੀ ਵਾਲਾ, ਉਹ ਬੋਲਿਆ
कि मंगलनाथ बड़ा महान है। सिद्ध साधुओं को ऐसी रीत नहीं ਤੇ चाहिए। ਸਾਧੂਆਂ ਦਾ ਇਹ ਸੁਭਾਅ ਨਹੀਂ ਹੁੰਦਾ ਕਿ ਕਿਸੇ ਵਿੱਚ ਆਪਣੇ ਨਾਲੋਂ ਵੱਧ ਗੁਣ ਵੇਖ ਕਰਕੇ ਉਹਦੀ ਨਿੰਦਿਆ ਕਰੀਏ। सत जो अतीत ताकि निंदा को बखान करे। ਇਸ ਪ੍ਰਕਾਰ ਜਿਹੜਾ ਸੱਚ ਨੂੰ ਝੂਠ ਬਣਾਵੇ ਤੇ ਵਡਿਆਈ ਨੂੰ ਨਿੰਦਿਆ ਪ੍ਰਤੀਤ ਕਰੇ। लेके अनमोले पाप शीस न ਤੇ चढ़ाइए। ਫਿਰ ਐਸਾ ਬੰਦਾ ਤਾਂ ਅਮੋਲਕ ਜਿਹੜੇ ਬਿਨਾ ਕੁਲਨ ਤੋਂ ਬਿਨਾ ਮੁੱਲ ਤੋਂ ਹੀ ਪਾਪ ਲੈ ਕਰਕੇ ਪਾਪਾਂ ਦੀ ਪੰਡ ਸਿਰ ਤੇ ਰੱਖਦਾ ਹੈ। चाचा जे कीजे क्रोध हृदय ते निवार दीजे। ਜਦੋਂ ਕਿਸੇ ਨਾਲ ਵਿਚਾਰ ਕਰਨੀ ਹੋਵੇ ਨਾ ਚਰਚਾ ਕਰਨੀ ਹੋਵੇ ਉਦੋਂ ਜਿਹੜਾ ਹਿਰਦੇ ਦਾ ਕ੍ਰੋਧ ਹੈ ਉਹ ਛੱਡ ਦੇਣਾ ਚਾਹੀਦਾ ਹੈ। शुभ वाक सुने शुभ ताहि को ਤੇ सुनाइए। ਜਿਹੜੇ ਸ਼ੁਭ ਬਚਨ ਸੁਣੇ ਹੋਣ ਉਹੀ ਅੱਗੇ ਸੁਣਾਉਣੇ ਚਾਹੀਦੇ ਨੇ। आवे हर हार करे निंदा को विचार। ਤੇ ਜੇਕਰ ਵਿਚਾਰ ਚਰਚਾ ਵਿੱਚ ਗੁਣਾਂ ਦੇ ਵਿੱਚ ਹਾਰ ਜਾਈਏ ਤੇ ਫਿਰ ਨਿੰਦਿਆ ਨਹੀਂ ਕਰੀਦੀ। गुण लाज बिन जिवे निज जोग कुल लजाइए। ਉਹ ਬੰਦਾ ਤਾਂ ਫਿਰ ਸਾਰਾ ਜੀਵਨ ਆਪਣਾ ਸ਼ਰਮਸਾਰ ਹੋ ਕਰਕੇ ਬਤੀਤ ਕਰਦਾ ਹੈ ਤੇ ਆਪਣੇ ਧਰਮ ਨੂੰ ਵੀ ਸ਼ਰਮਸਾਰ ਕਰਦਾ ਹੈ। सवैया मंगलनाथ कहे सत भागत। ਮੰਗਲਨਾਥ ਕਹਿੰਦਾ ਜੀ ਸੱਚ ਕਿਹਾ ਹੈ। ऐसे करे सिद्ध साधक जोई। ਜਿਹੜਾ ਐਸਾ ਸਿੱਧ ਹੈ ਨਾ ਉਹ ਤਾਂ ਜੋ ਵੇਖਿਆ ਹੈ ਉਹੀ ਦੱਸੇ। ਜਿਹੜੇ ਗੁਣ ਵੇਖੇ ਨੇ ਉਹੀ ਪ੍ਰਕਾਸ਼ ਕਰੇ ਉਹੀ ਦੱਸਣਾ ਉਹੀ ਅਸਲੀ ਸਿੱਧ ਹੈ। होए निरंजन की करना तब। ਜੇਕਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ पावत जागत और न ਤੇ कोई। ਫੇਰ ਹੀ ਐਸੇ ਸ਼ੁਭ ਗੁਣ ਪ੍ਰਤੀਤ ਹੁੰਦੇ ਨੇ ਕਿ ਆਪਣੇ ਵਿਰੋਧੀ ਦੀਆਂ ਵਡਿਆਈਆਂ ਵੇਖ ਕਰਕੇ ਵੀ ਉਸ ਗੱਲ ਵਿੱਚ ਜੋ ਉਹਦੇ ਵਿੱਚ ਗੁਣ ਹੋਣ ਨਾ ਉਹਦੀਆਂ ਵਡਿਆਈਆਂ ਕਰੇ। ਐਸੀ ਕਿਰਪਾ ਹੋਵੇ ਫੇਰ ਹੀ ਇਹ ਗੱਲਾਂ ਇਹ ਸੁਭਾਅ ਪੈਦਾ ਹੁੰਦਾ। ਨਹੀਂ ਤਾਂ ਅਗਲਾ ਵਿਰੋਧੀ ਹੋਵੇ ਉਹਦੇ ਜਿਹੜੇ ਗੁਣ ਹਨ ਉਹਦਾ ਨਜ਼ਰ ਹੀ ਨਹੀਂ ਆਉਂਦੇ, ਉਹ ਤਾਂ ਵੇਖਣਾ ਨਹੀਂ ਚਾਹੁੰਦੇ। ਪਰ ਜੋ ਉਹਦੇ ਜੀਵਨ ਅੰਦਰ ਕਮੀਆਂ ਹਨ ਉਹੀ ਉਛਾਲਣ ਦਾ ਕਿੱਤਾ ਫੜ ਲੈਂਦੇ ਨੇ ਕੁਝ ਲੋਕ। मान रहे मन मान कनो। ਤੇ ਹਿਰਦੇ ਅੰਦਰ ਜਿਨ੍ਹਾਂ ਦੇ ਮਨ ਅੰਦਰ ਭੈੜਾ ਮਾਨ ਰਹਿੰਦਾ ਹੰਕਾਰ ਰਹਿੰਦਾ ਹੈ। नहीं जानत आन समान जे कोई। ਬਸ ਉਹ ਲੋਕ ਇਹ ਜਾਣਦੇ ਨੇ ਕਿ ਸਾਡੇ ਵਰਗਾ ਤਾਂ ਕੋਈ ਨਹੀਂ ਹੈ। जोगतहीन रहे नर। ਤੇ ਉਹ ਲੋਕ ਭਗਤ ਜੋਗ ਤੋਂ ਕਸ਼ਟ ਜੋਗ ਤੋਂ ਹੀ ਨੇ ਰਹਿੰਦੇ ਨੇ। ते महिमा नहे मान है संतन सोई। ਉਹ ਫਿਰ ਸੰਤਾਂ ਦੀ ਮਹਿਮਾ ਨਹੀਂ ਮੰਨਦੇ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ ਉਹਨਾਂ ਲੋਕਾਂ ਦਾ ਹੁੰਦਾ ਹੈ। दोहरा इस बिद करत सुमेर पर। ਇਸ ਪ੍ਰਕਾਰ ਜਿਹੜੇ ਸਿੱਧ ਹਨ ਨਾ ਆਪਸ ਵਿੱਚ ਸ਼ਮੇਰ ਪਰਬਤ ਤੇ ਝਗੜ ਰਹੇ ਨੇ। सर्द सिद्ध मिलबाद। ਸਾਰੇ ਹੀ ਸਿੱਧ ਮਿਲ ਕੇ ਆਪਸ ਵਿੱਚ ਝਗੜਦੇ ਲੜਾਈ ਕਰਦੇ ਨੇ। भयो त्याय पूर्ण अबै। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਅਧਿਆਏ ਜਿਸ ਵਿੱਚ ਆ ਕਰਕੇ ਸਾਰਿਆਂ ਹੀ ਸਿੱਧਾਂ ਨੇ ਗੁਰੂ ਨਾਨਕ ਦੇ ਨਾਲ ਚਰਚਾ ਕੀਤੀ ਹੈ ਕਿ ਸੰਪੂਰਨ ਹੋਇਆ ਹੈ। श्री सतगुर प्रसाद। ਕਵੀ ਜੀ ਕਹਿੰਦੇ ਇਹ ਸਾਰੀ ਗੁਰੂ ਨਾਨਕ ਦੀ ਕਿਰਪਾ ਹੈ ਜੋ ਮੈਂ ਇਤਿਹਾਸ ਲਿਖਿਆ ਹੈ, ਜੋ ਇਹ ਪ੍ਰਸੰਗ ਆਪ ਜੀਆਂ ਦੇ ਮੂਹਰੇ ਪੇਸ਼ ਕੀਤਾ ਹੈ, ਆਪ ਜੀਆਂ ਨੂੰ ਦਰਸ਼ਨ ਕਰਵਾਏ ਨੇ। ਇਹ ਸਾਰੀ ਪਰਮੇਸ਼ਰ ਦੀ ਕਿਰਪਾ ਹੈ ਕਥਾ ਲਿਖਣ ਵਾਲੇ ਤੇ ਕਰਨ ਵਾਲੇ ਤੇ ਸਭ ਤੋਂ ਜ਼ਿਆਦਾ ਕਿਰਪਾ ਹੈ ਕਥਾ ਸੁਣਨ ਵਾਲੇ। ਕਹਿੰਦੇ ਇਹ ਸਾਰਾ ਜੋ ਵਾਰਤਾਲਾਪ ਹੈ ਇਹ ਪਰਮੇਸ਼ਰ ਦੀ ਕਿਰਪਾ ਸਦਕਾ ਹੀ ਹੈ। ਇਥੋਂ ਤੱਕ ਸੰਗਤ ਜੀ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕੱਲ ਨੂੰ ਨਵਾਂ ਅਧਿਆਇ ਆਰੰਭ ਹੋਵੇਗਾ। ਸਤਿਗੁਰੂ ਜੀ ਸ਼ਮੇਰ ਪਰਬਤ ਤੇ ਜਾਣਗੇ। ਸਾਰੇ ਹੀ ਸਦਵਾਰ ਵਾਰ ਗੁਰੂ ਨਾਨਕ ਦੇਵ ਜੀ ਦੀ ਪਰਖ ਕਰਨਗੇ। ਕੱਲ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਸ਼ੁਭ ਗੁਣਾਂ ਦੇ ਧਾਰਨੀ ਹੋਈਏ ਜਿਹੜੇ ਅਵਗੁਣ ਕੋ ਮਿਟ ਜਾਣ ਸੰਗਤ ਕਰਦਿਆਂ ਦੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਬਰੀਆ ਸ਼ਬਦ ਗਾਵਨੀ ਆਇਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆਪੋ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਡੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਾਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵਏ। ਸਦਾ ਸਿਫਤ ਸਲਾਮ ਤੇਰੀ ਨਾਮ ਮਨ ਵਸਾਵਏ। ਨਾਮ ਜਿਨ ਜੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ। ਪਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ 부ਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੋਹ ਸੰਤ ਹੋ ਸਤਿ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਗਾਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਾਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਗੁਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਤਸੇ ਪੂਰੇ ਗੁਰਤੇ ਜਾਣੀ। ਸੁਣਦੇ ਪੰਡਿਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨ ਵਰਤਨਾਥ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਸਲੋਕ ਕਬਰ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਆਇਆ ਬਰਿਆਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ